15ਵਾਂ ਭਾਵ ਉਸ ਦੀ ਇੱਕ ਆਇਤ ਤੋਂ ਲੈ ਕੇ ਉਸ ਦੀ 32 ਆਇਤ ਤੱਕ। ਰੋਦਨ ਜੀ ਤੁਸੀਂ ਪੜ੍ਹ ਦਿਓ। ਹਾਂ, 1 ਤੋਂ ਲੈ ਕੇ 32 ਤੱਕ। ਹਾਂਜੀ, ਇਹ ਸਾਰਿਆਂ ਨੂੰ ਤੁਸੀਂ ਪੜ੍ਹ ਦਿਓ। ਸਫਾ ਹੈਗਾ 159। ਧਾਤ ਦੇ ਰੋਗ ਸੰਬੰਧੀ ਨਿਯਮ। ਪ੍ਰਭੂ ਨੇ ਮੂਸਾ ਤੇ ਹਾਰੂਨ ਨੂੰ ਕਿਹਾ, ਤੁਸੀਂ ਇਸਰਾਈਲੀ ਲੋਕਾਂ ਨੂੰ ਇਹ ਦੱਸੋ ਕਿ ਜੇਕਰ ਕਿਸੇ ਮਨੁੱਖ ਨੂੰ ਧਾਤ ਦਾ ਰੋਗ ਲੱਗ ਜਾਵੇ ਤਾਂ ਉਹ ਇਸ ਕਾਰਨ ਅਸ਼ੁੱਧ ਹੈ। ਇਸ ਦੇ ਸੰਬੰਧ ਵਿੱਚ ਉਹ ਇਸ ਨਿਯਮ ਦੀ ਪਾਲਣਾ ਕਰਨ ਹੋ ਸਕਦਾ ਹੈ ਕਿ ਉਸ ਮਨੁੱਖ ਦੀ ਮਣੀ ਧਾਤ ਦੇ ਕਾਰਨ ਡਿੱਗ ਪਈ ਹੈ ਜਾਂ ਉਸ ਦੇ ਅੰਦਰ ਹੀ ਰਹਿ ਗਈ ਹੈ, ਪਰ ਉਹ ਦੋਹਾਂ ਹਾਲਤਾਂ ਵਿੱਚ ਹੀ ਅਸ਼ੁੱਧ ਹੈ। ਉਹ ਮਨੁੱਖ ਜਿਸ ਬਿਸਤਰੇ ਤੇ ਲੇਟੇ ਜਾਂ ਬੈਠੇ ਉਹ ਅਸ਼ੁੱਧ ਹੈ। ਜੇਕਰ ਕੋਈ ਦੂਜਾ ਉਸ ਦੇ ਬਿਸਤਰੇ ਨੂੰ ਛੂਹੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ, ਉਹ ਵੀ ਤਰਕਾਲਾਂ ਤੱਕ ਅਸ਼ੁੱਧ ਹੈ। ਇੱਥੋਂ ਤੱਕ ਕਿ ਜੇਕਰ ਕੋਈ ਮਨੁੱਖ ਉਸ ਚੀਜ਼ ਤੇ ਬੈਠ ਜਾਵੇ ਜਿਸ ਤੇ ਧਾਤ ਦੇ ਰੋਗ ਵਾਲਾ ਮਨੁੱਖ ਬੈਠਾ ਸੀ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ, ਕਿਉਂਕਿ ਉਹ ਵੀ ਤਰਕਾਲਾਂ ਤੱਕ ਅਸ਼ੁੱਧ ਹੈ। ਇਸ ਤਰ੍ਹਾਂ ਉਹ ਮਨੁੱਖ ਉਸ ਮਨੁੱਖ ਨੂੰ ਛੂਹਣ ਵਾਲਾ ਆਦਮੀ ਕਰੇ, ਕਿਉਂਕਿ ਉਸ ਨੂੰ ਛੂਹਣ ਨਾਲ ਹੀ ਉਹ ਤਰਕਾਲਾਂ ਤੱਕ ਅਸ਼ੁੱਧ ਹੈ। ਜੇਕਰ ਧਾਤ ਦੇ ਰੋਗ ਵਾਲਾ ਮਨੁੱਖ ਕਿਸੇ ਦੂਜੇ ਸ਼ੁੱਧ ਮਨੁੱਖ ਤੇ ਥੁੱਕ ਦੇਵੇ ਤਾਂ ਉਹ ਆਦਮੀ ਵੀ ਆਪਣੇ ਕੱਪੜੇ ਧੋ ਕੇ ਨਹਾਵੇ ਅਤੇ ਤਰਕਾਲਾਂ ਤੱਕ ਸ਼ੁੱਧ ਠਹਿਰੇ। ਜਿਸ ਕਿਸੇ ਕਾਠੀ ਤੇ ਧਾਤ ਵਾਲਾ ਆਦਮੀ ਬੈਠੇ ਉਹ ਵੀ ਅਸ਼ੁੱਧ ਸਮਝੀ ਜਾਵੇ। ਜੋ ਮਨੁੱਖ ਉਸ ਚੀਜ਼ ਨੂੰ ਛੂਹੇ ਜਿਸ ਤੇ ਉਹ ਮਨੁੱਖ ਬੈਠਾ ਹੋਵੇ, ਉਹ ਵੀ ਤਰਕਾਲਾਂ ਤੱਕ ਅਸ਼ੁੱਧ ਠਹਿਰੇ। ਜੋ ਮਨੁੱਖ ਉਸ ਚੀਜ਼ ਨੂੰ ਛੂਹੇ ਉਹ ਆਪਣੇ ਕੱਪੜੇ ਧੋ ਕੇ ਨਹਾਵੇ ਅਤੇ ਤਰਕਾਲਾਂ ਤੱਕ ਅਸ਼ੁੱਧ ਠਹਿਰੇ। ਜੇਕਰ ਧਾਤ ਵਾਲਾ ਮਨੁੱਖ ਬਿਨਾਂ ਹੱਥ ਧੋਤਿਆਂ ਕਿਸੇ ਨੂੰ ਛੂਹੇ ਤਾਂ ਦੂਜਾ ਮਨੁੱਖ ਆਪਣੇ ਕੱਪੜੇ ਧੋ ਕੇ ਨਹਾਵੇ ਅਤੇ ਤਰਕਾਲਾਂ ਤੱਕ ਅਸ਼ੁੱਧ ਠਹਿਰੇ। ਜੇਕਰ ਉਹ ਮਨੁੱਖ ਕਿਸੇ ਮਿੱਟੀ ਦੇ ਭਾਂਡੇ ਨੂੰ ਵਰਤੇ ਤਾਂ ਉਹ ਤੋੜ ਦਿੱਤਾ ਜਾਵੇ, ਅਤੇ ਜੇਕਰ ਉਹ ਲੱਕੜੀ ਦੇ ਭਾਂਡੇ ਨੂੰ ਵਰਤੇ ਤਾਂ ਉਸ ਨੂੰ ਪਾਣੀ ਵਿੱਚ ਡੋਬ ਕੇ ਧੋਇਆ ਜਾਵੇ। ਪਰ ਜਦੋਂ ਧਾਤ ਵਾਲਾ ਮਨੁੱਖ ਉਸ ਤੋਂ ਸ਼ੁੱਧ ਹੋ ਜਾਵੇ ਤਾਂ ਉਹ 7 ਦਿਨਾਂ ਦੇ ਪਿੱਛੋਂ ਆਪਣੇ ਕੱਪੜੇ ਧੋਵੇ ਅਤੇ ਵਗਦੇ ਪਾਣੀ ਵਿੱਚ ਨਹਾਵੇ। 8ਵੇਂ ਦਿਨ ਉਹ 2 ਘੁੱਗੀਆਂ ਦਾ ਜਾਂ 2 ਕਬੂਤਰ ਲੈ ਕੇ ਪ੍ਰਭੂ ਦੇ ਸਾਹਮਣੇ ਸੰਗਤ ਦੇ ਤੰਬੂ ਦੇ ਬੂਹੇ ਕੋਲ ਲਿਆ ਕੇ ਪੁਰੋਹਿਤ ਨੂੰ ਦੇਵੇ। ਤਦ ਪੁਰੋਹਿਤ ਉਸ ਦੀ ਵੱਲੋਂ ਇੱਕ ਪੰਛੀ ਨੂੰ ਪਾਪ ਬਲੀ ਲਈ ਅਤੇ ਦੂਜੇ ਨੂੰ ਹੋਮ ਬਲੀ ਲਈ ਚੜਾਵੇ। ਇਸ ਤਰ੍ਹਾਂ ਪੁਰੋਹਿਤ ਉਸ ਧਾਤ ਦੇ ਰੋਗੀ ਲਈ ਮਾਫੀ ਪ੍ਰਾਪਤੀ ਦੀ ਬਲੀ ਚੜਾਵੇ। ਜੇਕਰ ਕਿਸੇ ਮਨੁੱਖ ਦੀ ਮਨੀ ਡਿੱਗ ਪਵੇ ਤਾਂ ਉਹ ਪਾਣੀ ਵਿੱਚ ਇਸ਼ਨਾਨ ਕਰੇ ਅਤੇ ਤਰਕਾਲਾਂ ਤੱਕ ਸ਼ੁੱਧ ਰਹੇ। ਉਹ ਮਣੀ ਜੇਕਰ ਕਿਸੇ ਕੱਪੜੇ ਜਾਂ ਚਮੜੇ ਦੀ ਚੀਜ਼ ਤੇ ਡਿੱਗ ਪਵੇ ਤਾਂ ਉਸ ਚੀਜ਼ ਨੂੰ ਵੀ ਪਾਣੀ ਵਿੱਚ ਧੋਇਆ ਜਾਵੇ ਅਤੇ ਉਹ ਵੀ ਤਰਕਾਲਾਂ ਤੱਕ ਸ਼ੁੱਧ ਸਮਝਿਆ ਜਾਵੇ। ਜੇਕਰ ਕੋਈ ਆਦਮੀ ਤੇ ਔਰਤ ਆਪਸ ਵਿੱਚ ਭੋਗ ਦੀ ਕਿਰਿਆ ਕਰਨ ਤਾਂ ਅਤੇ ਆਦਮੀ ਦੀ ਮਨੀ ਡਿੱਗੇ ਤਾਂ ਉਹ ਦੋਵੇਂ ਪਾਣੀ ਵਿੱਚ ਇਸ਼ਨਾਨ ਕਰਨ ਅਤੇ ਤਰਕਾਲਾਂ ਤੱਕ ਸ਼ੁੱਧ ਰਹਿਣ। ਜੇਕਰ ਕਿਸੇ ਔਰਤ ਦਾ ਲਹੂ ਮਹਾਂਵਾਰੀ ਦੇ ਕਾਰਨ ਡਿੱਗੇ ਤਾਂ ਉਹ 7 ਦਿਨ ਤੱਕ ਅਸ਼ੁੱਧ ਠਹਿਰੇ। ਉਸ ਨੂੰ ਛੂਹ ਜਾਣ ਵਾਲਾ ਮਨੁੱਖ ਵੀ ਤਰਕਾਲਾਂ ਤੱਕ ਅਸ਼ੁੱਧ ਰਹੇ। ਉਹ ਔਰਤ ਜਿਸ ਕਿਸੇ ਚੀਜ਼ ਤੇ ਬੈਠੇ ਜਾਂ ਲੇਟੇ ਉਹ ਵੀ ਅਸ਼ੁੱਧ ਸਮਝੀ ਜਾਵੇ। ਉਸ ਦੇ ਬਿਸਤਰੇ ਨੂੰ ਛੂਹਣ ਵਾਲਾ ਵੀ ਆਪਣੇ ਕੱਪੜੇ ਧੋ ਕੇ ਇਸ਼ਨਾਨ ਕਰੇ ਅਤੇ ਤਰਕਾਲਾਂ ਤੱਕ ਅਸ਼ੁੱਧ ਰਹੇ। ਉਸ ਔਰਤ ਦੀ ਬੈਠਣ ਵਾਲੀ ਚੀਜ਼ ਨੂੰ ਛੂਹਣ ਵਾਲਾ ਆਦਮੀ ਵੀ ਆਪਣੇ ਕੱਪੜੇ ਧੋ ਕੇ ਇਸ਼ਨਾਨ ਕਰੇ ਅਤੇ ਤਰਕਾਲਾਂ ਤੱਕ ਅਸ਼ੁੱਧ ਰਹੇ। ਬੇਸ਼ੱਕ ਉਹ ਚੀਜ਼ ਉਸ ਔਰਤ ਦਾ ਬਿਸਤਰਾ ਵੀ ਕਿਉਂ ਨਾ ਹੋਵੇ, ਪਰ ਉਸ ਦੇ ਛੂਹਣ ਵਾਲਾ ਮਨੁੱਖ ਤਰਕਾਲਾਂ ਤੱਕ ਅਸ਼ੁੱਧ ਰਹੇ। ਇੱਥੋਂ ਤੱਕ ਕਿ ਉਹ ਮਨੁੱਖ ਦੀ ਜਿਸ ਚੀਜ਼ ਨੂੰ ਛੂਹੇ ਜਾਂ ਬਿਸਤਰੇ ਤੇ ਲੇਟੇ ਉਹ ਵੀ ਤਰਕਾਲਾਂ ਤੱਕ ਅਸ਼ੁੱਧ ਸਮਝਿਆ ਜਾਵੇ। ਜੇਕਰ ਕਿਸੇ ਔਰਤ ਦੀ ਮਾਹਵਾਰੀ ਤੋਂ ਇਲਾਵਾ ਦੂਜੇ ਦਿਨਾਂ ਵਿੱਚ ਉਸ ਦਾ ਲਹੂ ਵਗੇ ਤਾਂ ਉਹ ਓਨੇ ਦਿਨ ਮਾਹਵਾਰੀ ਦੇ ਦਿਨਾਂ ਵਾਂਗ ਹੀ ਅਸ਼ੁੱਧ ਹੋਵੇਗੀ ਜਿੰਨੇ ਦਿਨ ਉਸ ਨੂੰ ਲਹੂ ਆਉਂਦਾ ਰਹੇ। ਉਹ ਔਰਤ ਜਿਸ ਕਿਸੇ ਚੀਜ਼ ਤੇ ਬੈਠੇ ਜਾਂ ਬਿਸਤਰੇ ਤੇ ਲੇਟੇ ਉਹ ਵੀ ਮਾਹਵਾਰੀ ਦੇ ਦਿਨਾਂ ਵਾਂਗ ਅਸ਼ੁੱਧ ਹੋਵੇਗਾ। ਇਹਨਾਂ ਚੀਜ਼ਾਂ ਦੇ ਛੂਹਣ ਵਾਲਾ ਮਨੁੱਖ ਵੀ ਅਸ਼ੁੱਧ ਹੋਵੇਗਾ। ਉਹ ਮਨੁੱਖ ਆਪਣੇ ਕੱਪੜੇ ਧੋ ਕੇ ਇਸ਼ਨਾਨ ਕਰੇ ਅਤੇ ਤਰਕਾਲਾਂ ਤੱਕ ਅਸ਼ੁੱਧ ਰਹੇ। ਆਪਣੇ ਸ਼ੁੱਧ ਹੋਣ ਤੇ ਉਹ ਔਰਤ 7 ਦਿਨ ਹੋਰ ਉਡੀਕ ਕਰੇ। 8ਵੇਂ ਦਿਨ ਉਹ ਔਰਤ 2 ਘੁੱਗੀਆਂ ਜਾਂ 2 ਕਬੂਤਰ ਲੈ ਕੇ ਪੁਰੋਹਿਤ ਕੋਲ
ਤੰਬੂ ਦੇ ਬੂਹੇ ਕੋਲ ਆਵੇ। ਪੁਰੋਹਿਤ ਉਹਨਾਂ ਪੰਛੀਆਂ ਵਿੱਚੋਂ ਇੱਕ ਪਾਪ ਬਲੀ ਅਤੇ ਦੂਜਾ ਹੋਮ ਬਲੀ ਕਰਕੇ ਉਸ ਔਰਤ ਵੱਲੋਂ ਚੜਾਵੇ। ਇਸ ਤਰ੍ਹਾਂ ਉਹ ਔਰਤ ਦੇ ਲਈ ਉਹ ਪ੍ਰਭੂ ਸਾਹਮਣੇ ਪਾਪ ਮਾਫੀ ਦੀ ਬਲੀ ਚੜਾਵੇ। ਤੁਸੀਂ ਇਸਰਾਇਲੀ ਲੋਕਾਂ ਨੂੰ ਉਹਨਾਂ ਦੀ ਅਸ਼ੁੱਧਤਾ ਬਾਰੇ ਦੱਸੋ, ਕਿਤੇ ਉਹ ਮੇਰੇ ਤੰਬੂ ਦੇ ਕੋਲ ਜੋ ਉਹਨਾਂ ਦੇ ਵਿਚਕਾਰ ਹੈ ਆ ਕੇ ਉਸ ਨੂੰ ਅਸ਼ੁੱਧ ਨਾ ਕਰਨ ਅਤੇ ਉਹ ਮਾਰੇ ਨਾ ਜਾਣ। ਸੋ ਇਹ ਨਿਯਮ ਧਾਤ ਦੇ ਰੋਗੀ ਜਾਂ ਮਨੀ ਡਿੱਗਣ ਵਾਲੇ ਆਦਮੀ ਜਾਂ ਉਸ ਔਰਤ ਲਈ ਜੋ ਮਾਹਵਾਰੀ ਦੇ ਕਾਰਨ ਅਸ਼ੁੱਧ ਜਾਂ ਰੋਗੀ ਹੈ, ਤੇ ਭੋਗ ਕਰਨ ਵਾਲੇ ਆਦਮੀ ਔਰਤ ਸਭ ਲਈ ਜੋ ਅਸ਼ੁੱਧ ਹਨ ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਥੈਂਕ ਯੂ ਬ੍ਰਦਰ ਜੀ। ਸੋ ਇਹ ਇਟਰਨਲ ਜਿਹੜੇ ਸਾਡੇ ਰੋਗ, ਜਿਹੜੇ ਅੰਦਰ ਸਾਡੇ ਅੰਤਕਰਨ ਦੇ ਰੋਗ, ਅੱਜ ਅਸੀਂ ਉਹ ਕਹਿੰਦਾ ਕਿ ਜੇ ਉਹ ਮਨੁੱਖ ਕਿਸੇ ਤੇ ਥੁੱਕ ਦੇਵੇ, ਸਾਨੂੰ ਸਾਲ ਹੋ ਗਿਆ ਮਾਸਕ ਲਾਇਆ, ਅੱਜ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਬਚਾ ਕਰਦੇ ਹਾਂ। ਔਰ ਜਿਹੜਾ ਏਡਸ ਜਿਹੜੀ ਫੈਲਦੀ ਆ ਉਹ ਇਹਨਾਂ ਰੋਗਾਂ ਦੇ ਕਰਕੇ ਫੈਲਦੀ ਹੈ। ਜਿਹੜਾ ਬੰਦਾ ਉੱਥੇ ਜਾ ਕੇ ਬੈਠਾ ਉਸ ਚੀਜ਼ ਨੂੰ ਛੂਹੇਗਾ ਉਹ ਜਰਮਸ ਲੈ ਆਇਆ ਆਪਣੇ ਨਾਲ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕਿਹਾ ਜਾਂਦਾ। ਇਸ ਕਰਕੇ ਪ੍ਰਭੂ ਨੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਵਿੱਤਰ ਤੇ ਅਪਵਿੱਤਰ ਕਰਕੇ ਦੱਸੀਆਂ, ਕਿਉਂਕਿ ਇਹੋ ਹੀ ਲੈਂਗੁਏਜ ਉਹ ਸਮਝਦੇ। ਸ਼ੁੱਧ ਤੇ ਅਸ਼ੁੱਧ ਦਾ ਇਹੋ ਹੀ ਲੈਂਗੁਏਜ ਉਹਨਾਂ ਨੂੰ ਹਾਲੇ ਸਮਝ ਆਉਂਦੀ ਪਈ ਆ। ਕੌਮ ਬੇਸ਼ੱਕ 90 ਸਾਲ ਦੇ ਬਜ਼ੁਰਗ ਵੀ ਉੱਥੇ ਆ ਤੇ ਉੱਥੇ ਇੱਕ ਦਿਨ ਦਾ ਬੱਚਾ ਵੀ ਆ, ਸਾਰੇ ਹੈਗੇ ਉੱਥੇ, ਲੇਕਿਨ ਉਹ ਸਾਰੇ ਉਸ ਹਾਲਤ ਦੇ ਵਿੱਚੋਂ ਉੱਠ ਕੇ ਆਏ ਆ ਔਰ ਉਹਨਾਂ ਚੀਜ਼ਾਂ ਦੀ ਉੱਥੇ ਪ੍ਰੈਕਟਿਸ ਹੁੰਦੀ ਪਈ ਜਿੱਥੋਂ ਉਹ ਆਏ ਆ। ਇਹਨਾਂ ਚੀਜ਼ਾਂ ਨੂੰ ਪਵਿੱਤਰ ਸਮਝਿਆ ਜਾਂਦਾ। ਜੇ ਕੋਈ ਮਨੁੱਖ ਦੀ ਹਾਲਤ ਇਹ ਹੈ, ਜੇ ਕਿਸੇ ਔਰਤ ਦੀ ਹਾਲਤ ਇਹ ਆ ਤੇ ਉਸ ਨੂੰ ਪਵਿੱਤਰ ਸਮਝਿਆ ਜਾਂਦਾ, ਕਿਉਂਕਿ ਇਸ ਦੇ ਨਾਲ ਉਹ ਕਹਿੰਦੇ ਪਏ ਆ ਕਿ ਪ੍ਰਭੂ ਨੇ, ਸਾਡੇ ਦੇਵਤਿਆਂ ਨੇ ਇਹਨਾਂ ਨੂੰ ਚੁਣ ਲਿਆ ਹੈ। ਇਹ ਬੱਚੇ ਦੀ ਦਾਤ ਉਹ ਉਹਨਾਂ ਨੂੰ ਬੇਸਿਕਲੀ ਉਹ ਇਹਨਾਂ ਚੀਜ਼ਾਂ ਦੇ ਕਰਕੇ ਉਹ ਉੱਚਾ ਉਠਾ ਰਹੇ ਆ, ਲੇਕਿਨ ਪ੍ਰਭੂ ਇਹਨਾਂ ਚੀਜ਼ਾਂ ਨੂੰ ਲੈ ਕੇ ਦੱਸਦਾ ਪਿਆ ਕਿ ਨਹੀਂ ਭਾਈ, ਇਹ ਰੋਗ ਆ, ਇਹ ਬਿਮਾਰੀ ਹੈ ਔਰ ਇਹ ਬਿਮਾਰੀ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਫੈਲ ਸਕਦੀ ਆ। ਇਸ ਕਰਕੇ ਉਸ ਬੰਦੇ ਨੂੰ ਉਹਨਾਂ ਨੇ ਇਕੱਲਾ ਕਰਕੇ ਇੱਕ ਪਾਸੇ ਕਰ ਦਿੱਤਾ ਤਾਂ ਕਿ ਇਹ ਬਿਮਾਰੀ ਬਾਕੀ ਦੇ ਲੋਕਾਂ 'ਚ ਨਾ ਫੈਲੇ। ਉਸ ਦਾ ਇਲਾਜ ਕੀਤਾ ਗਿਆ। ਕਿੱਦਾਂ ਉਹ ਠੀਕ ਹੋ ਗਿਆ? ਕਿੱਦਾਂ ਠੀਕ ਹੋ ਗਿਆ? ਆਪਣੇ ਆਪ ਠੀਕ ਹੋ ਗਿਆ? ਨਹੀਂ, ਹੁਣ ਉਸ ਦਾ ਇਲਾਜ ਕੀਤਾ ਗਿਆ ਔਰ ਉਸ ਨੂੰ ਦਵਾਈ ਦਿੱਤੀ ਗਈ, ਦੁਆ ਕੀਤੀ ਗਈ। ਦਵਾਈ ਤੋਂ ਕੰਮ ਲੈਣਾ ਪ੍ਰਭੂ ਦਾ ਕੰਮ, ਪ੍ਰਭੂ ਨੇ ਉਸ ਨੂੰ ਚੰਗਾ ਕੀਤਾ। ਔਰ ਫਿਰ ਪਹਿਲਾਂ ਸਭ ਨੂੰ ਪਤਾ ਸੀ ਕਿ ਭਾਈ ਇਹ ਤੋਂ ਬਚ ਕੇ ਰਹਿਣਾ। ਉਹਨੂੰ ਪਤਾ ਸੀ ਕਿ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਬਚਾ ਕੇ ਰੱਖਣਾ, ਮੈਂ ਆਪਣੀ ਕੌਮ ਥੋੜ੍ਹਾ ਮਾਰਨੀ। ਉਸ ਨੂੰ ਇਹਨਾਂ ਚੀਜ਼ਾਂ ਦਾ ਪਤਾ ਸੀ ਕਿ ਮੈਂ ਆਪਣੀ ਕੌਮ ਨੂੰ ਨਹੀਂ ਮਾਰਨਾ। ਔਰ ਦੋਨਾਂ ਦੇ ਵਿੱਚ ਇਹ ਚੀਜ਼ ਹੋ ਰਹੀ ਸੀ, ਲੇਕਿਨ ਹੁਣ ਉਹ ਮੰਦਿਰ ਦੇ ਵਿੱਚ ਆਇਆ। ਉਸਨੂੰ ਕਿਹਨੇ ਛੁਇਆ? ਸਭ ਤੋਂ ਪਹਿਲਾਂ ਪੁਰੋਹਿਤ ਨੇ। ਔਰ ਹੁਣ ਉਹ ਆਪਣੀ ਕੌਮ ਦੇ ਵਿੱਚ ਜਾ ਕੇ, ਆਪਣੇ ਘਰਾਂ ਦੇ ਵਿੱਚ ਜਾ ਕੇ ਉਹ ਰਹਿ ਸਕਦਾ। ਨਹੀਂ ਤਾਂ ਉਹਨਾਂ ਨੇ ਇਹਨਾਂ ਦੇ ਲਈ ਇੱਕ ਖਾਸ ਜਗ੍ਹਾ ਬਣਾਈ ਹੈ ਜਿੱਥੇ ਇਹ ਰਹਿੰਦੇ। ਬੇਸਿਕਲੀ ਜਿੱਦਾਂ ਅਸੀਂ ਕਹਿੰਦੇ ਅੱਜ ਅਸੀਂ ਹਸਪੀਟਲ ਕਹਿੰਦੇ, ਤੇ ਉਹਨਾਂ ਦਿਨਾਂ ਦੇ ਵਿੱਚ ਕਿਹਾ ਇੱਕ ਵੱਖਰੀ ਜਗ੍ਹਾ ਇਹਨਾਂ ਦੇ ਲਈ ਬਣਾਈ ਜਾ। ਕਿੰਨੀ ਪ੍ਰਭੂ ਦੇਖੋ ਕੇਅਰ ਕਰਦਾ। ਅਗਰ ਇਹ ਚੀਜ਼ਾਂ ਵਚਨ ਦੇ ਵਿੱਚ ਨਾ ਲਿਖੀਆਂ ਹੁੰਦੀਆਂ ਤੇ ਅੱਜ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਫੈਲ ਚੁੱਕੀਆਂ ਹੁੰਦੀਆਂ ਔਰ ਅੱਜ ਪਤਾ ਨਹੀਂ ਕਿੰਨੇ ਲੋਕ ਮਰ ਚੁੱਕੇ ਹੁੰਦੇ ਔਰ ਜਿਹੜੇ ਬਚੇ ਹੁੰਦੇ ਉਹਦੀ ਕੌਮ ਹੁੰਦੀ, ਉਹਨਾਂ ਦੀ ਹਾਲਤ ਜਿਹੜੀ ਉਹ ਭੈੜੀ ਹੁੰਦੀ। ਪ੍ਰਭੂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀਆਂ ਜਿਣਸਾਂ ਨੂੰ ਬਚਾ ਕੇ ਰੱਖਿਆ, ਸਾਡੀਆਂ ਜਿਣਸਾਂ ਦੇ ਵਿੱਚ ਉਸਨੇ ਆਪਣਾ ਰਹਿਮ ਪਾ ਕੇ ਰੱਖਿਆ। ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਪੜ੍ਹਦੇ ਪਏ ਹਾਂ, ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚੋਂ ਦੁਖਦੀਆਂ ਪਈਆਂ। ਹੁਣ ਉਸ ਪ੍ਰਭੂ ਨੇ ਅਗਲੀਆਂ ਚੀਜ਼ਾਂ ਦੱਸੀਆਂ ਹੈਗੀਆਂ ਕਿ ਸਭ ਤੋਂ ਪਹਿਲਾਂ ਅਸੀਂ 16ਵਾਂ ਚੈਪਟਰ ਅਸੀਂ ਪੜ੍ਹ ਚੁੱਕੇ ਹਾਂ। ਉਹਦੇ ਵਿੱਚ ਅਸੀਂ ਬਲੀਆਂ, ਜਿਸ ਲਈ ਅਸੀਂ ਚੌਥਾ ਚੈਪਟਰ ਦੇਖਿਆ ਸੀ, ਉਸ ਦੇ ਨਾਲ ਅਸੀਂ 16ਵਾਂ ਚੈਪਟਰ ਦੇਖਿਆ ਸੀ। ਔਰ 16ਵੇਂ ਚੈਪਟਰ ਦੇ ਵਿੱਚ ਮਾਫੀ ਪ੍ਰਾਪਤੀ ਦੀ ਬਲੀ ਔਰ ਦੂਸਰੀਆਂ ਬਲੀਆਂ ਕਿਸ ਤਰ੍ਹਾਂ ਚੜਾਉਣੀਆਂ, ਪੁਰੋਹਿਤ ਨੇ ਆਪਣੇ ਲਈ ਬਲੀ ਕਿਸ ਤਰ੍ਹਾਂ ਚੜਾਉਣੀਆਂ, ਉਹ ਸਾਰੀਆਂ ਅਸੀਂ ਦੇਖ ਚੁੱਕੇ ਹਾਂ। ਸੋ ਹੁਣ ਅਸੀਂ ਆ ਗਏ 17ਵੇਂ ਪਾਠ ਦੇ ਉੱਤੇ, ਜਿੱਥੇ ਮੂਸਾ ਨੇ ਨਹੀਂ 16-17 ਅਸੀਂ ਦੇਖ ਚੁੱਕੇ, 16-17 ਅਸੀਂ ਦੇਖ ਚੁੱਕੇ ਹਾਂ। ਤੇ ਹੁਣ ਅਸੀਂ
ਸਰੀਰਕ ਰੋਗ ਜਿਹੜੇ ਸਾਡੇ ਅੰਦਰ ਦੇ ਰੋਗ ਆ ਉਹਨਾਂ ਨੂੰ ਅਸੀਂ ਦੇਖਦੇ ਪਏ ਹਾਂ। ਹੁਣ ਸਰੀਰਕ ਸੰਬੰਧਾਂ ਦੇ ਵਾਸਤੇ ਬਾਰੇ ਪ੍ਰਭੂ ਨੇ ਉਹਨਾਂ ਨੂੰ ਨਿਯਮ ਦੇਣੇ ਕਿ ਤੁਹਾਡੇ ਸਰੀਰਕ ਸੰਬੰਧ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਲੇਕਿਨ ਉੱਥੇ ਮੈਂ ਤੁਹਾਨੂੰ ਚੀਜ਼ ਦਿਖਾਉਣੀ ਮੰਗਦਾ ਕਿ ਨਾਲ ਨਾਲ ਅਸੀਂ ਉਹ ਵੀ ਪ੍ਰਭੂ ਯਿਸੂ ਮਸੀਹ ਦੇ ਮਿਰਕਲਸ ਵੀ ਦੇਖਦੇ ਪਏ ਹਾਂ ਜਿਨ੍ਹਾਂ ਦੇ ਉੱਤੇ ਇਹ ਮੋਹਰ ਲਾਉਂਦੇ ਪਏ ਆ ਤੇ ਇਹਨਾਂ ਬਿਮਾਰੀਆਂ ਵਾਲਿਆਂ ਨੂੰ ਸ਼ਿਫਾ ਦੇਣ ਵਾਲਾ ਵੀ ਯਿਸੂ ਸੀ। ਸੋ ਮੇਰੇ ਨਾਲ ਲੂਕਾ ਦੇ ਵਿੱਚ ਇੱਥੇ ਲਿਖ ਲਓ, ਲੂਕਾ ਦਾ 8ਵਾਂ ਭਾਗ ਉਸ ਦੀ 40 ਆਇਤ ਤੋਂ ਲੈ ਕੇ 50 ਆਇਤ ਤੱਕ, 40 ਤੋਂ ਲੈ ਕੇ 50 ਤੱਕ। ਔਰ ਪੰਨਾ ਹੈ ਨਵੇਂ ਨਿਯਮ ਦਾ 118, ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹਨਾ ਹੈ। 118 ਪੰਨਾ ਨਵੇਂ ਨਿਯਮ ਦਾ। मैं पढ़ देना पास्टर जी। और मेरा बेटा ਜੈਰਸ ਦੀ ਪੁੱਤਰੀ ਅਤੇ ਰਤਵਾਹਨ ਦੀ ਬਿਮਾਰ ਔਰਤ ਨੂੰ ਚੰਗਾ ਕਰਨਾ। ਜਦੋਂ ਯਿਸੂ ਝੀਲ ਦੇ ਦੂਜੇ ਪਾਸੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਕਿਉਂਕਿ ਉਹ ਉਹਨਾਂ ਦਾ ਰਾਹ ਤੱਕ ਰਹੇ ਸਨ। ਜੈਰਸ ਨਾਂ ਦਾ ਇੱਕ ਆਦਮੀ ਉੱਥੇ ਆਇਆ। ਉਹ ਪ੍ਰਾਰਥਨਾ ਘਰ ਦਾ ਅਧਿਕਾਰੀ ਸੀ। ਉਹ ਯਿਸੂ ਦੇ ਚਰਨੀ ਪੈ ਕੇ ਬੇਨਤੀ ਕਰਨ ਲੱਗਾ ਕਿ ਉਹ ਉਸ ਦੇ ਘਰ ਚੱਲਣ ਕਿਉਂਕਿ ਉਸ ਦੀ ਇੱਕਮਾਤਰ ਸੰਤਾਨ ਜੋ ਲਗਭਗ 12 ਸਾਲ ਦੀ ਸੀ ਬਹੁਤ ਬਿਮਾਰ ਸੀ। ਉਹ ਮਰਨ ਵਾਲੀ ਸੀ। ਜਦੋਂ ਯਿਸੂ ਜੈਰਸ ਦੇ ਨਾਲ ਜਾ ਰਹੇ ਸਨ, ਭੀੜ ਉਹਨਾਂ ਨੂੰ ਚਾਰੇ ਪਾਸਿਓਂ ਦਬਾ ਰਹੀ ਸੀ। ਭੀੜ ਵਿੱਚ ਇੱਕ ਔਰਤ ਸੀ, ਉਸ ਨੂੰ 12 ਸਾਲਾਂ ਤੋਂ ਰਤਵਾਹਨ ਦਾ ਰੋਗ ਸੀ। ਉਸਨੇ ਇਸ ਦਾ ਬਹੁਤ ਇਲਾਜ ਕਰਵਾਇਆ ਅਤੇ ਆਪਣਾ ਸਭ ਕੁਝ ਇਸ ਉੱਤੇ ਖਰਚ ਕਰ ਦਿੱਤਾ, ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ। ਉਹ ਭੀੜ ਵਿੱਚ ਯੀਸ਼ੂ ਦੇ ਬਿਨਾਂ ਪਿੱਛੋਂ ਦੀ ਹੋ ਕੇ ਆਈ ਅਤੇ ਉਸਨੇ ਯੀਸ਼ੂ ਦੇ ਚੋਗੇ ਦਾ ਪੱਲਾ ਛੂਹ ਲਿਆ। ਉਹ ਪੱਲਾ ਛੂਹਦਿਆਂ ਹੀ ਠੀਕ ਹੋ ਗਈ। ਯੀਸ਼ੂ ਨੇ ਲੋਕਾਂ ਤੋਂ ਪੁੱਛਿਆ, ਮੈਨੂੰ ਕਿਸ ਨੇ ਛੂਹਿਆ ਹੈ? ਜਦੋਂ ਸਾਰਿਆਂ ਨੇ ਇਨਕਾਰ ਕੀਤਾ ਤਾਂ ਪਤਰਸ ਨੇ ਯੀਸ਼ੂ ਨੂੰ ਕਿਹਾ, ਮਾਲਕ, ਤੁਸੀਂ ਭੀੜ ਨਾਲ ਘਿਰੇ ਹੋਏ ਹੋ। ਲੋਕੀ ਚੌਂ ਪਾਸਿਆਂ ਤੋਂ ਤੁਹਾਡੇ ਉੱਤੇ ਡਿੱਗਦੇ ਪਏ ਹਨ, ਫਿਰ ਵੀ ਤੁਸੀਂ ਪੁੱਛ ਰਹੇ ਹੋ ਮੈਨੂੰ ਕਿਸ ਨੇ ਛੂਹਿਆ ਹੈ? ਪਰ ਯੀਸ਼ੂ ਨੇ ਕਿਹਾ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ। ਉਸ ਔਰਤ ਨੇ ਦੇਖਿਆ ਕਿ ਉਹ ਲੁਕ ਨਹੀਂ ਸਕਦੀ, ਇਸ ਲਈ ਉਹ ਕੰਬਦੀ ਹੋਈ ਅੱਗੇ ਆਈ ਅਤੇ ਯੀਸ਼ੂ ਦੇ ਚਰਨੀ ਡਿੱਗ ਪਈ। ਉਸਨੇ ਸਾਰਿਆਂ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸਨੇ ਯੀਸ਼ੂ ਦਾ ਪੱਲਾ ਛੂਹਿਆ ਹੈ ਅਤੇ ਉਹ ਕਿਸ ਤਰ੍ਹਾਂ ਇੱਕਦਮ ਠੀਕ ਹੋ ਗਈ ਹੈ। ਯੀਸ਼ੂ ਨੇ ਉਸ ਔਰਤ ਨੂੰ ਕਿਹਾ, ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ। ਯੀਸ਼ੂ ਅਜੇ ਕਹਿ ਹੀ ਰਹੇ ਸਨ ਕਿ ਇੱਕ ਆਦਮੀ ਜੈਰਸ ਦੇ ਘਰੋਂ ਆਇਆ। ਉਸਨੇ ਜੈਰਸ ਨੂੰ ਕਿਹਾ, ਤੁਹਾਡੀ ਪੁੱਤਰੀ ਮਰ ਗਈ, ਹੁਣ ਗੁਰੂ ਜੀ ਨੂੰ ਖੇਚਲ ਨਾ ਦਿਓ। ਯੀਸ਼ੂ ਨੇ ਵੀ ਸੁਣਿਆ, ਪਰ ਉਹਨਾਂ ਨੇ ਜੈਰਸ ਨੂੰ ਕਿਹਾ, ਡਰ ਨਹੀਂ, ਕੇਵਲ ਵਿਸ਼ਵਾਸ ਰੱਖ, ਤੇਰੀ ਧੀ ਚੰਗੀ ਹੋ ਜਾਵੇਗੀ। ਬੜੇ ਸੁਣੇ ਜਾਣ ਤੇ ਵਿਸ਼ਵਾਸ। ਥੈਂਕ ਯੂ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੋ ਚੀਜ਼ਾਂ ਦੇਖਦੇ ਪਏ ਇੱਥੇ ਕਿ ਜੈਰਸ ਜਿਹੜਾ ਇਨਸਾਨ ਆ, ਉਹ ਜਿਹੜਾ ਉੱਥੇ ਦਾ ਸਿਨਗੋਗ ਆ ਉਸ ਇਲਾਕੇ ਦਾ, ਉਸ ਦਾ ਪ੍ਰਧਾਨ। ਸੋ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਉਹ ਲੇਵੀ ਖਾਨਦਾਨ ਦੇ ਵਿੱਚੋਂ, ਔਰ ਉੱਥੇ ਉਹ ਜਿਹੜਾ ਸਾਰਾ ਸਾਂਭ ਸੰਭਾਲ ਉਹ ਉੱਥੇ ਵੀ ਕਰਦਾ। ਔਰ ਉਸਦੀ ਬੇਟੀ ਬਿਮਾਰ, ਲੇਕਿਨ ਇੱਕ ਬੇਟੀ ਹੋਰ, ਉਸਦੀ ਬੇਟੀ ਬਿਮਾਰ ਆ, ਉਹ ਮਰਨ ਵਾਲੀ ਆ। ਲੇਕਿਨ ਇੱਕ ਬੇਟੀ ਹੋਰ ਆ ਜੋ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਉਹ ਜਿਉਂਦੀ ਮਰੀ, ਉਹ ਜਿਉਂਦੀ ਮਰੀ। ਔਰ ਉਸਨੂੰ ਪਤਾ ਆ ਕਿ ਜੇ ਮੈਂ ਕਿਸੇ ਨੂੰ ਛੂਹਿਆ
ਤੇ ਉਹ ਪਵਿੱਤਰ ਹੋ ਗਿਆ। ਪਰ ਉਸਨੇ ਆਪਣੇ ਮਨ ਦੇ ਵਿੱਚ, ਉਸਦੇ ਵਿੱਚ ਇਹ ਸੀ, ਕਿਉਂਕਿ ਮਸਾਇਆ ਦੇ ਲਈ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਸੀ, ਮਸੀਹਾ ਦੇ ਲਈ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਸੀ। ਉਸਨੇ ਆਪਣੇ ਮਨ ਦੇ ਵਿੱਚ ਇਹ ਦੇਖ ਕੇ ਕਿ ਜੇ ਇਹ ਮਸੀਹਾ ਨਹੀਂ ਜਿਹੜਾ ਏਦਾਂ ਦੇ ਕੰਮ ਕਰਦਾ ਪਿਆ, ਇਹਨੂੰ ਕੋਈ ਲਾਲਚ ਨਹੀਂ, ਕੋਈ ਕੁਛ ਨਹੀਂ, ਕਿਸੇ ਤੋਂ ਇਹ ਮੰਗਦਾ ਨਹੀਂ, ਔਰ ਜੇ ਹੋਰ ਕਿਸੇ ਦੇ ਕੋਲ ਕੋਈ ਮਾੜਾ ਮੋਟਾ ਗਿਫਟ ਆ ਤੇ ਉਹ ਨਾਲ ਹੀ ਅਟੈਚ ਕਰ ਦਿੰਦਾ ਕਿ ਜਿਹੜਾ ਇਹ ਖਰਚਾ ਵਰਚਾ ਹੈ ਤੁਹਾਡੇ ਕੋਲ ਹੀ ਆਉਣਾ। ਪਰ ਇਹ ਜਿਹੜੇ ਕੰਮ ਕਰਦਾ ਪਿਆ ਮੈਂ ਕਦੀ ਹੁੰਦੇ ਨਹੀਂ ਦੇਖੇ। ਸੋ ਇਹ ਜਿਉਂਦੀ ਮਰੀ ਹੋਆ, ਔਰ ਦੂਸਰੀ ਜਿਹੜੀ ਆ ਉਹ ਆਪਣੀ ਬਿਮਾਰੀ ਦੇ ਨਾਲ ਮਰਦੀ ਪਈ। ਪ੍ਰਭੂ ਨੇ ਕਿਉਂ ਜਾਇਰਸ ਨੂੰ ਚੁਣਿਆ? ਕਿਸੇ ਹੋਰ ਦੀ ਵੀ ਹੋ ਸਕਦੀ ਸੀ ਬੇਟੀ, ਕਿਉਂਕਿ ਉਹ ਹਰ ਰੋਜ਼ ਇਹ ਚੀਜ਼ ਸਿਖਾਉਂਦਾ ਪਿਆ, ਕੌਣ ਪਵਿੱਤਰ ਆ ਤੇ ਕੌਣ ਅਪਵਿੱਤਰ ਆ, ਕੌਣ ਛੂ ਸਕਦਾ ਤੇ ਕੌਣ ਨਹੀਂ ਛੂ ਸਕਦਾ, ਕੌਣ ਬੈਠ ਸਕਦਾ ਤੇ ਕੌਣ ਨਹੀਂ ਬੈਠ ਸਕਦਾ। ਔਰ ਉਸਨੂੰ ਕਾਹਲੀ ਪਈ ਹੋ ਕਿ ਤੂੰ ਮੇਰੇ ਘਰ ਜਲਦੀ ਤੋਂ ਜਲਦੀ ਮੇਰੇ ਘਰ, ਮੇਰੀ ਬੇਟੀ ਮੰਨ ਲਈ। ਪ੍ਰਭੂ ਨੂੰ ਪਤਾ ਉਹਨੇ ਉੱਥੇ ਕੀ ਕਰਨਾ, ਕਿਉਂਕਿ ਉਸਨੇ ਜਿਸ ਲਈ ਆ ਕੇ ਆਪਣੀ ਦੁਆ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰੱਖ ਦਿੱਤੀ, ਤੇ ਬਾਕੀ ਜੋ ਉੱਥੇ ਹੋਣਾ ਉਹ ਤਾਂ ਜੋ ਮਸੀਹ ਦੇ ਲਈ ਕਿਹਾ ਗਿਆ ਸੀ ਉਹ ਪੂਰਾ ਹੋਣਾ ਸੀ। ਤਾਂ ਮਸੀਹ ਦੇ ਲਈ ਕੁਝ ਹੋਰ ਵੀ ਕਿਹਾ ਗਿਆ ਸੀ। ਮਸੀਹ ਦੇ ਲਈ ਇਹ ਵੀ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਉਹ ਬਹੁਤਿਆਂ ਨੂੰ ਚੰਗਾ ਕਰੇਗਾ ਨਾ। ਹੁਣ ਜਿਸ ਲਈ ਅਸੀਂ ਦੇਖਦੇ ਪਏ ਹਾਂ ਕਿ ਇਹ ਔਰਤ ਕਈ ਸਾਲਾਂ ਤੋਂ ਬਿਮਾਰ ਸੀ, ਇਸਨੇ ਬਹੁਤ ਇਲਾਜ ਵਿਚਾਰੀ ਨੇ ਕਰਾਇਆ, ਪਰ ਕੋਈ ਲਾਭ ਨਾ ਹੋਇਆ। ਸਾਰਾ ਪੈਸਾ ਖਰਚ ਦਿੱਤਾ, ਕੋਈ ਲਾਭ ਨਾ ਹੋਇਆ। ਹੁਣ ਉਸ ਕੋਲ ਕੁਛ ਨਹੀਂ, ਹੁਣ ਸਿਰਫ ਜੇ ਉਸ ਕੋਲ ਇੱਕ ਉਮੀਦ ਆ ਤੇ ਉਹ ਇਹੋ ਹੀ ਆ ਕਿ ਜੇ ਇਹ ਮਸਾਇਆ ਆ, ਜੇ ਇਹ ਮਸੀਹਾ ਆ, ਤੇ ਜੇ ਮੈਂ ਇਹਦਾ ਪੱਲਾ ਛੂ ਲਿਆ ਤੇ ਮੈਂ ਬਚ ਗਿਆ। ਪਰ ਪ੍ਰਭੂ ਯਿਸੂ ਮਸੀਹ ਜਾ ਰਹੇ ਆ, ਸਾਰੇ ਲੋਕ ਉਸ ਨੂੰ ਛੂ ਰਹੇ ਆ, ਹਰ ਕੋਈ ਉਸ ਨੂੰ ਟੱਚ ਕਰਨਾ ਮੰਗਦਾ ਆ। ਔਰ ਜਿਸ ਲਈ ਉਸਦੇ ਲਾਗੇ ਆਏ ਤੇ ਜਿਹੜਾ ਪਿੱਛੇ ਜਿਹੜਾ ਯਿਸੂ ਮਸੀਹ ਦੇ ਉੱਤੇ ਉਸਨੇ ਜਿਹੜਾ ਸ਼ਾਲ ਪਾਇਆ ਆ, ਉਸਨੇ ਉਸਦਾ ਜਿਹੜਾ ਸ਼ਾਲ ਨੂੰ ਛੂ ਦਿੱਤਾ। ਔਰ ਜਿੱਦਾਂ ਹੀ ਉਸਨੇ ਛੂਇਆ, ਪ੍ਰਭੂ ਦੀ ਤੰਦਰੁਸਤੀ ਦਾ ਰਹਿਮ ਉਹਦੇ ਅੰਦਰ ਦੀ ਗੁਜ਼ਰਿਆ, ਔਰ ਉਸਨੇ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕੀਤਾ। ਪ੍ਰਭੂ ਯਿਸੂ ਉੱਥੇ ਰੁਕ ਗਏ, ਉੱਥੇ ਰੁਕ ਕੇ ਕਹਿ ਰਹੇ ਕਿਸ ਨੇ ਮੈਨੂੰ ਛੂਇਆ? ਪਤਰਸ ਕਹਿੰਦਾ ਜਾਣ ਦੇ ਮਹਾਰਾਜ, ਸਾਰੀ ਭੀੜ ਤੁਹਾਡੇ ਉੱਤੇ ਡਿੱਗ ਡਿੱਗ ਪੈਂਦੀ ਪਈ ਹੈ, ਪਰ ਤੁਸੀਂ ਕਹਿ ਰਹੇ ਤੁਹਾਨੂੰ ਕਿਸੇ ਨੇ ਛੂਇਆ? ਨਹੀਂ ਕਹਿੰਦੇ ਕਿਸੇ ਨੇ ਮੈਨੂੰ ਛੂਇਆ, ਕਿਉਂਕਿ ਤਾਕਤ ਮੇਰੇ ਵਿੱਚ ਜੀ। ਮੈਂ ਦਿਖਾਉਣੀ ਇੱਥੇ ਮੰਗਦਾ ਸੀ ਕਿ ਤੰਦਰੁਸਤੀ ਦਿੰਦਾ ਕੌਣ, ਇਹਦੇ ਕੋਲੋਂ ਆਉਂਦੀ ਆ। ਦੇਣ ਵਾਲਾ ਮਸੀਹਾ, ਦੇਣ ਵਾਲਾ ਮਸਾਇਆ ਆ, ਉਹੀ ਪ੍ਰਭੂ ਯਿਸੂ। ਸੋ ਉਸਨੇ ਪ੍ਰਭੂ ਯਿਸੂ ਨੇ ਜਿਸ ਲਈ ਉਸਨੇ ਦੇਖ ਲਿਆ ਕਿ ਹੁਣ ਨਹੀਂ, ਉਹ ਡਰ ਗਈ। ਡਰ ਕਿਹੜੀ ਚੀਜ਼ ਤੋਂ ਗਈ? ਕਿ ਇਹਨੇ ਕਹਿਣਾ ਕਿ ਤੂੰ ਉਹ ਪਵਿੱਤਰ ਸੀ, ਤੂੰ ਮੈਨੂੰ ਕੁਛ ਹੋਇਆ? ਤੈਨੂੰ ਪਤਾ ਨਹੀਂ, ਤੈਨੂੰ ਲਾਅ ਦਾ ਪਤਾ ਨਹੀਂ, ਤੈਨੂੰ ਪਤਾ ਨਹੀਂ, ਤੈਨੂੰ ਲੇਵੀਆਂ ਦੀ ਪੋਥੀ ਦੇ ਵਿੱਚ ਕੀ ਦੱਸਿਆ ਗਿਆ, ਉਸ ਸਕੂਲ ਚ ਕੀ ਦੱਸਿਆ ਗਿਆ, ਤੂੰ ਕਿਸੇ ਨੂੰ ਛੂਹ ਨਹੀਂ ਸਕਦੀ। ਉਹ ਇਹ ਐਕਸਪੈਕਟ, ਪਰ ਯਿਸੂ ਮਸੀਹ ਨੇ ਜਿਹੜਾ ਸ਼ਬਦ ਵਰਤਿਆ, ਦੇਖੋ ਕਿਸ ਤਰ੍ਹਾਂ ਦੇਖਦਾ ਪਿਆ ਸਾਡਾ ਪਿਆਰਾ ਬਾਪ, ਕਿਸ ਤਰ੍ਹਾਂ ਦੇਖਦਾ।
ਕਿ ਉਸ ਬੰਦੇ ਨੂੰ ਉਹ ਪਵਿੱਤਰ ਜਾਂ ਪਾਪ ਦੇ ਵਿੱਚ ਫਸਿਆ ਜਾਂ ਕੋਈ ਹੋਰ ਦਿਖਦਾ ਪਿਆ, ਉਸ ਨੂੰ ਆਪਣੀ ਧੀ ਜਾਂ ਪੁੱਤ ਕਰਕੇ ਦੇਖਦਾ ਪਿਆ। ਉਹ ਜੋ ਇਹਨਾਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ, ਕਿਸੇ ਚੀਜ਼ ਨੂੰ ਨਾ ਛੂਓ, ਕਿਸੇ ਇਨਸਾਨ ਨੂੰ ਨਾ ਛੂਓ, ਕਹਿਣ ਦਾ ਮਤਲਬ ਫੈਲੇ ਨਾ, ਉਹ ਫਿਰ ਅਪਵਿੱਤਰ ਆ। ਸਾਨੂੰ ਜੇ ਕੋਈ ਕੋਵਿਡ ਵਾਲਾ ਬੰਦਾ, ਅਸੀਂ ਕਿਉਂ ਬਾਰ-ਬਾਰ ਹੱਥ ਧੋਂਦੇ ਸੀਗੇ, ਕਿਉਂ ਮਾਸਕ ਪਾ ਕੇ ਰੱਖਦੇ ਸੀਗੇ, ਰਾਈਟ? ਇਹੋ ਹੀ ਕਾਰਨ ਸੀ ਨਾ ਕਿ ਫੈਲੇ ਨਾ। ਮੈਂ ਜੇ ਮੈਨੂੰ ਆ ਤੇ ਕਿਸੇ ਹੋਰ ਨੂੰ ਨਾ ਫੈਲੇ, ਜੇ ਉਹਨੂੰ ਹੋਈ ਹੋ ਤੇ ਮੇਰੇ ਤੱਕ ਨਾ ਫੈਲੇ। ਜੇ ਮੈਂ ਆਪਣਾ ਮਾਸਕ ਲਾ ਕੇ ਰੱਖੂੰਗਾ, ਹੱਥ ਧੋ ਕੇ ਰੱਖੂੰਗਾ, ਸੈਨੀਟਾਈਜ਼ਰ ਲਾ ਕੇ ਰੱਖੂੰਗਾ, ਜੇ ਬਾਹਰ ਜਾਊਂਗਾ ਘਰ ਆ ਕੇ ਮੁੜ ਕੇ ਮੈਂ ਸੈਨੀਟਾਈਜ਼ਰ ਲਾ ਕੇ ਹੱਥ ਧੋਊਂਗਾ, ਤੇ ਮੈਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰਦਾ। ਸੇਮ ਪ੍ਰਿੰਸੀਪਲ ਇੱਥੇ ਚੱਲਦਾ ਪਿਆ। ਸੋ ਪ੍ਰਭੂ ਨੇ ਉਸਨੂੰ ਕਿਹਾ, ਧੀਏ ਇਹ ਚੀਜ਼ ਦੇਖਣਾ, ਧੀਏ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ, ਸ਼ਾਂਤੀ ਦੇ ਨਾਲ। ਸੋ ਹੁਣ ਅਗਰ ਅਸੀਂ ਪਿੱਛੇ ਮੁੜ ਕੇ ਉਹਨਾਂ ਲਾਜ਼ ਨੂੰ ਜਿਹੜੇ ਸਾਨੂੰ ਦਿੱਤੇ ਗਏ ਆ, ਕਿ ਅਸੀਂ ਇਹ ਸਜ਼ਾ ਆ, ਇਹ ਕੋਈ ਪ੍ਰਭੂ ਬਹੁਤ ਜ਼ਿਆਦਾ ਸਟ੍ਰਿਕਟ ਸਾਨੂੰ ਦਿੰਦਾ ਪਿਆ? ਨਹੀਂ, ਇਹਨਾਂ ਦੇ ਪਿੱਛੇ ਕਾਰਨ ਆ, ਇਹਨਾਂ ਦੇ ਪਿੱਛੇ ਵੱਡੇ ਕਾਰਨ, ਇਹਨਾਂ ਦੇ ਪਿੱਛੇ ਹਾਲੇ ਤੱਕ ਉਹ ਕਾਰਨ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਹਨ। ਅਸੀਂ ਬੜੇ ਨਵੇਂ ਆ ਮੈਡੀਕਲ ਫੀਲਡ ਦੇ ਵਿੱਚ। ਬਹੁਤੀਆਂ ਜਿਹੜੇ ਸਾਡੇ ਭੈਣ ਭਰਾ ਮੈਡੀਕਲ ਫੀਲਡ ਦੇ ਵਿੱਚ, ਉਹ ਤੁਹਾਨੂੰ ਦੱਸ ਸਕਦੇ, ਹਾਲੇ ਅਸੀਂ ਪਹੁੰਚੇ ਨਹੀਂ ਉੱਥੇ ਤੱਕ। ਹਾਲੇ ਅਸੀਂ ਬਹੁਤ ਕੁਝ ਸਿੱਖਣਾ ਆ, ਬਹੁਤ ਕੁਝ ਸਾਨੂੰ ਪਤਾ ਲੱਗਣਾ ਹੈ, ਬਹੁਤ ਪ੍ਰਭੂ ਦੀ ਦਇਆ ਆਉਣ ਵਾਲੀ ਬਾਕੀ ਆ, ਜਿਸ ਲਈ ਪ੍ਰਭੂ ਆਪਣੇ ਲੋਕਾਂ ਦੇ ਉੱਤੇ ਰਹਿਮ ਲੈ ਕੇ ਆਏਗਾ। ਹੁਣ ਅਸੀਂ ਆ ਗਏ 16ਵਾਂ ਚੈਪਟਰ ਅਸੀਂ ਦੇਖ ਲਿਆ ਸੀ, 17ਵਾਂ ਅਸੀਂ ਦੇਖ ਲਿਆ ਸੀ ਜਦੋਂ ਅਸੀਂ 5ਵਾਂ ਚੈਪਟਰ ਪੜ੍ਹਿਆ ਸੀ। ਹੁਣ ਅਸੀਂ ਫਿਰ ਉਹ ਕਿ ਸਾਡੇ ਸਰੀਰਕ ਸੰਬੰਧ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਉਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਨ੍ਹਾਂ ਦਾ ਅਸੀਂ ਧਿਆਨ ਰੱਖਣਾ, ਔਰ ਉਹਨਾਂ ਦੇ ਨਾਲ ਅਗੇਨ ਹੋਵੇ ਕਿਸੇ ਦੀ ਬਿਮਾਰੀ ਮੇਰੇ ਤੱਕ ਨਹੀਂ ਆਉਣੀ, ਮੇਰੀ ਬਿਮਾਰੀ ਕਿਸੇ ਤੱਕ ਨਹੀਂ ਜਾਣੀ। ਅਸੀਂ ਆਪਣਾ ਔਰ ਆਪਣੀ ਕਮਿਊਨਿਟੀ ਨੂੰ ਤੰਦਰੁਸਤੀ ਦੇ ਵੱਲ ਲੈ ਕੇ ਜਾਵਾਂਗੇ, ਆਪਣੇ ਆਪ ਨੂੰ ਔਰ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਸ਼ਾਂਤੀ ਸਥਾਪਿਤ ਕਰਾਂਗੇ। ਅਸੀਂ ਉਹਨਾਂ ਚੀਜ਼ਾਂ ਨੂੰ ਦੇਖਣਾ। ਕਿਹੜੀਆਂ ਚੀਜ਼ਾਂ ਅਸੀਂ ਦੇਖਦੇ ਪਏ ਹਾਂ? ਉਹੀ ਪ੍ਰਭੂ ਦੇ 10 ਨਿਯਮ ਜਿਨ੍ਹਾਂ ਨੂੰ ਅਸੀਂ ਖੋਲ੍ਹਦਾ ਦੇਖਦੇ ਪਏ ਹਾਂ। 10 ਨਿਯਮ ਜਿਹੜੇ ਪ੍ਰਭੂ ਨੇ ਦਿੱਤੇ ਆ, ਉਹ ਇੱਕ ਤਰ੍ਹਾਂ ਜਿੱਦਾਂ ਸਾਨੂੰ ਨਵੇਂ ਨਿਯਮ ਦੇ ਵਿੱਚ 316 ਮਿਲ ਗਏ, ਬਾਕੀ ਸਾਰੀ ਬਾਈਬਲ, ਬਾਕੀ ਸਾਰਾ ਨਵਾਂ ਨਿਯਮ ਉਹ 316 ਤੇ 17 ਨੂੰ ਖੋਲ੍ਹਦਾ। ਇਸੇ ਤਰ੍ਹਾਂ ਇਹ ਜਿਹੜਾ ਹੈਗਾ ਜੋ ਪ੍ਰਭੂ ਨੇ ਸਾਨੂੰ 10 ਨਿਯਮ ਦਿੱਤੇ ਆ, ਉਸ ਦੇ ਵਿੱਚੋਂ ਇਹ ਸਾਰੀਆਂ ਜਿਹੜੀਆਂ ਹੁਣ ਅਸੀਂ ਅਗਿਆਵਾਂ ਨੂੰ ਦੇਖਦੇ ਪਏ ਹਾਂ, ਉਹਨਾਂ ਨੂੰ ਖੋਲ੍ਹਦੀਆਂ ਪਈਆਂ। ਸੋ ਆਓ ਅਸੀਂ 18ਵੇਂ ਭਾਗ ਦੇ ਵਿੱਚ ਆ ਗਏ ਹਾਂ। 18ਵੇਂ ਭਾਗ ਦਾ ਅਸੀਂ ਇਸ ਦੀਆਂ 30 ਆਇਤਾਂ ਲੈਟਸ ਗੋ ਥਰੂ दैट। ਆ ਜਾਓ ਇਹਨਾਂ ਨੂੰ ਪੜ੍ਹ ਲਈ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਭੋਗ ਸੰਬੰਧੀ ਨਿਯਮ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਦੱਸ ਕਿ ਮੈਂ ਉਹਨਾਂ ਦਾ ਪ੍ਰਭੂ ਪਰਮੇਸ਼ਵਰ ਹਾਂ। ਤੁਸੀਂ ਨਾ ਤਾਂ ਮਿਸਰੀਆਂ ਦੀ ਤਰ੍ਹਾਂ ਕਰਨਾ ਜਿਨ੍ਹਾਂ ਦੇ ਕੋਲ ਤੁਸੀਂ ਰਹਿੰਦੇ ਸਾਓ, ਅਤੇ ਨਾ ਹੀ ਤੁਸੀਂ ਕਨਾਨੀਆਂ ਦੀ ਤਰ੍ਹਾਂ ਕਰਨਾ ਜਿਨ੍ਹਾਂ ਦੀ ਧਰਤੀ ਤੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ। ਤੁਸੀਂ ਉਹਨਾਂ ਦੀ ਕਿਸੇ ਵਿਧੀ ਨੂੰ ਨਾ ਮੰਨਣਾ। ਤੁਸੀਂ ਕੇਵਲ ਮੇਰੇ ਨਿਯਮਾਂ ਅਤੇ ਵਿਧੀਆਂ ਦੀ ਪਾਲਣਾ ਕਰਨਾ ਅਤੇ ਉਹਨਾਂ ਅਨੁਸਾਰ ਆਪਣਾ ਜੀਵਨ ਗੁਜ਼ਾਰਨਾ। ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਹਾਂ। ਮੇਰੇ ਨਿਯਮ ਅਤੇ ਵਿਧੀਆਂ ਜੀਵਨ ਦਾ ਸੋਮਾ ਹਨ, ਇਸ ਲਈ ਤੁਸੀਂ ਇਹਨਾਂ ਦੀ ਪਾਲਣਾ ਕਰਨਾ। ਮੈਂ ਹੀ ਕੇਵਲ ਪ੍ਰਭੂ ਹਾਂ। ਪ੍ਰਭੂ ਨੇ ਭੋਗ ਕਰਨ ਸੰਬੰਧੀ ਇਹ ਆਗਿਆਵਾਂ ਦਿੱਤੀਆਂ। ਤੂੰ ਆਪਣੇ ਕਿਸੇ ਸਾਕ ਸੰਬੰਧੀ ਨਾਲ ਭੋਗ ਨਾ ਕਰਨਾ। ਤੂੰ ਆਪਣੀ ਮਾਂ ਨਾਲ ਭੋਗ ਨਾ ਕਰਕੇ ਆਪਣੇ ਪਿਓ ਦਾ ਅਪਮਾਨ ਨਾ ਕਰਨਾ। ਆਪਣੀ ਮਾਂ ਨਾਲ ਤੂੰ ਕਿਸੇ ਵੀ ਹਾਲਤ ਵਿੱਚ ਭੋਗ ਨਾ ਕਰਨਾ। ਤੂੰ ਆਪਣੇ ਪਿਓ ਦੀ ਕਿਸੇ ਦੂਜੀ ਪਤਨੀ ਨਾਲ ਭੋਗ ਕਰਕੇ ਉਸ ਦਾ ਅਪਮਾਨ ਨਾ ਕਰਨਾ। ਤੂੰ ਆਪਣੀ ਸਕੀ ਭੈਣ ਜਾਂ ਮਤਰੇਈ ਭੈਣ ਨਾਲ ਭੋਗ ਕਰਕੇ ਉਸ ਦਾ ਅਪਮਾਨ ਨਾ ਕਰਨਾ, ਚਾਹੇ ਉਹ ਤੇਰੇ ਘਰ ਜੰਮੀ ਪਲੀ ਹੋਵੇ ਜਾਂ ਬਾਹਰ। ਤੂੰ ਆਪਣੀ ਪੋਤੀ ਨਾਲ ਭੋਗ ਕਰਕੇ ਉਸ ਦਾ ਅਪਮਾਨ ਨਾ ਕਰਨਾ। ਤੂੰ ਆਪਣੀ ਮਤਰੇਈ ਭੈਣ ਨਾਲ ਭੋਗ ਕਰਕੇ ਉਸ ਦਾ ਅਪਮਾਨ ਨਾ ਕਰਨਾ। ਤੂੰ ਨਾ ਆਪਣੀ ਭੂਆ ਨਾਲ ਭੋਗ ਕਰਨਾ, ਕਿਉਂਕਿ ਉਹ ਤੇਰੇ ਪਿਓ ਦੀ ਨੇੜੇ ਦੀ ਸੰਬੰਧੀ ਹੈ, ਅਤੇ ਨਾ ਹੀ ਆਪਣੀ ਮਾਸੀ ਨਾਲ ਭੋਗ ਕਰਨਾ, ਕਿਉਂਕਿ ਉਹ ਤੇਰੀ ਮਾਂ ਦੀ ਨੇੜੇ ਦੀ ਸੰਬੰਧੀ ਹੈ।
ਤੂੰ ਆਪਣੀ ਚਾਚੀ ਨਾਲ ਭੋਗ ਕਰਕੇ ਆਪਣੇ ਚਾਚੇ ਦਾ ਅਪਮਾਨ ਨਾ ਕਰਨਾ, ਤੂੰ ਆਪਣੀ ਨੂੰਹ ਨਾਲ ਭੋਗ ਕਰਕੇ ਆਪਣੇ ਪੁੱਤਰ ਦਾ ਅਪਮਾਨ ਨਾ ਕਰਨਾ, ਤੂੰ ਆਪਣੀ ਭਾਬੀ ਨਾਲ ਭੋਗ ਕਰਕੇ ਆਪਣੇ ਭਰਾ ਦਾ ਅਪਮਾਨ ਨਾ ਕਰਨਾ, ਤੂੰ ਉਸ ਔਰਤ ਦੀ ਪੁੱਤਰੀ ਜਾਂ ਪੋਤੀ ਨਾਲ ਭੋਗ ਨਾ ਕਰਨਾ ਜਿਸ ਨਾਲ ਤੂੰ ਭੋਗ ਕਰ ਚੁੱਕਾ ਹੋਵੇਂ, ਕਿਉਂਕਿ ਹੋ ਸਕਦਾ ਹੈ ਕਿ ਉਹ ਤੇਰੀ ਆਪਣੀ ਸੰਬੰਧੀ ਹੋਵੇ। ਤੂੰ ਆਪਣੀ ਪਤਨੀ ਦੀ ਭੈਣ ਨਾਲ ਉਸ ਸਮੇਂ ਤੱਕ ਨਾ ਭੋਗ ਕਰਨਾ ਤੇ ਨਾ ਹੀ ਵਿਆਹ ਕਰਨਾ ਜਦੋਂ ਤੱਕ ਤੇਰੀ ਪਹਿਲੀ ਪਤਨੀ ਜਿਉਂਦੀ ਹੈ। ਤੂੰ ਕਿਸੇ ਔਰਤ ਦੇ ਮਾਹਵਾਰੀ ਦੇ ਦਿਨਾਂ ਵਿੱਚ ਭੋਗ ਕਰਕੇ ਉਸ ਦਾ ਅਪਮਾਨ ਨਾ ਕਰਨਾ, ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਭੋਗ ਕਰਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰਨਾ, ਤੂੰ ਆਪਣੇ ਕਿਸੇ ਪੁੱਤਰ ਨੂੰ ਮੋਲਕ ਦੇਵਤਾ ਦਾ ਸਾਹਮਣੇ ਅੱਗ ਵਿੱਚੋਂ ਦੀ ਲੰਘਾ ਕੇ ਪਰਮੇਸ਼ਵਰ ਆਪਣੇ ਪ੍ਰਭੂ ਦੇ ਨਾਂ ਨੂੰ ਬਦਨਾਮ ਨਾ ਕਰਨਾ, ਤੂੰ ਔਰਤ ਦੀ ਤਰ੍ਹਾਂ ਆਦਮੀ ਨਾਲ ਭੋਗ ਨਾ ਕਰਨਾ, ਇਹ ਘਿਨਾਉਣਾ ਕੰਮ ਹੈ। ਤੂੰ ਕਿਸੇ ਪਸ਼ੂ ਨਾਲ ਭੋਗ ਨਾ ਕਰਨਾ ਅਤੇ ਆਪਣੇ ਆਪ ਨੂੰ ਅਸ਼ੁੱਧ ਨਾ ਕਰਨਾ, ਨਾ ਹੀ ਕੋਈ ਔਰਤ ਪਸ਼ੂ ਨਾਲ ਭੋਗ ਕਰਕੇ ਆਪਣੇ ਆਪ ਨੂੰ ਅਸ਼ੁੱਧ ਕਰੇ। ਸੋ ਤੁਸੀਂ ਇਹਨਾਂ ਬੁਰੇ ਕੰਮਾਂ ਵਿੱਚੋਂ ਕੋਈ ਆਪਣੇ ਆਪ ਨੂੰ ਅਪਵਿੱਤਰ ਨਾ ਕਰਨਾ। ਉਹ ਕੰਮਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢ ਰਿਹਾ ਹਾਂ, ਉਹ ਇਹ ਸਭ ਕੰਮ ਕਰਦੇ ਹਨ। ਉਹਨਾਂ ਦੇ ਇਹਨਾਂ ਕੰਮਾਂ ਨਾਲ ਹੀ ਉਹਨਾਂ ਦੀ ਧਰਤੀ ਅਪਵਿੱਤਰ ਹੋ ਗਈ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਦੀ ਸਜ਼ਾ ਦਿੱਤੀ। ਇਸ ਲਈ ਉਹਨਾਂ ਨੂੰ ਉਸ ਧਰਤੀ ਨੇ ਆਪਣੇ ਤੋਂ ਬਾਹਰ ਸੁੱਟ ਦਿੱਤਾ। ਸੋ ਤੁਸੀਂ ਜਾਂ ਤੁਹਾਡੇ ਨਾਲ ਰਹਿ ਰਿਹਾ ਹਰ ਕੋਈ ਪਰਦੇਸੀ ਮੇਰੀਆਂ ਸਭ ਵਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰਨਾ ਤੇ ਇਹਨਾਂ ਬੁਰੇ ਕੰਮਾਂ ਵਿੱਚੋਂ ਕੋਈ ਨਾ ਕਰਨਾ। ਇਹ ਸਭ ਬੁਰੇ ਕੰਮ ਇਸ ਧਰਤੀ ਤੇ ਤੁਹਾਡੇ ਤੋਂ ਪਹਿਲਾਂ ਰਹਿ ਰਹੇ ਲੋਕਾਂ ਨੇ ਕੀਤੇ ਸਨ। ਜੇਕਰ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਇਹ ਕੰਮ ਕਰੋਗੇ ਤਾਂ ਇਹ ਧਰਤੀ ਤੁਹਾਨੂੰ ਵੀ ਬਾਹਰ ਸੁੱਟ ਦੇਵੇਗੀ, ਜਿਸ ਤਰ੍ਹਾਂ ਇਸਨੇ ਆਪਣੇ ਪਹਿਲੇ ਨਿਵਾਸੀਆਂ ਨੂੰ ਸੁੱਟਿਆ ਹੈ। ਜੋ ਕੋਈ ਮਨੁੱਖ ਵੀ ਇਹਨਾਂ ਕੰਮਾਂ ਵਿੱਚੋਂ ਕੋਈ ਵੀ ਕਰੇ, ਉਹ ਮੇਰੇ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇ। ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਹਾਂ, ਇਸ ਲਈ ਤੁਸੀਂ ਇਹਨਾਂ ਬੁਰੇ ਕੰਮਾਂ ਵਿੱਚੋਂ ਕੋਈ ਵੀ ਕਰਕੇ ਆਪਣੇ ਆਪ ਨੂੰ ਅਪਵਿੱਤਰ ਨਾ ਕਰਨਾ। ਮੈਂ ਜਿੱਦਾਂ ਬਹੁਤ ਸੋਚਦਾ ਪਿਆ ਸੀਗਾ ਕਿ ਮੈਂ 15ਵਾਂ ਤੇ 18ਵਾਂ ਚੈਪਟਰ ਜਿਹਦਾ ਤੁਹਾਨੂੰ ਕਹਿ ਦੇਣਾ ਕਿ ਤੁਸੀਂ ਆਪੇ ਪੜ੍ਹ ਲਿਓ ਤੇ ਆਪਾਂ ਅੱਗੇ ਨਿਕਲ ਜਾਈਏ, ਲੇਕਿਨ I didn't do that। ਮੈਂ I really prayed about it ਔਰ ਬਹੁਤ ਦੁਆ ਕਰਨ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਾ ਕਿ ਨਹੀਂ, it is healthy ਜਿਹੜੇ ਪ੍ਰਭੂ ਦੇ ਵਚਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਆ ਤੇ ਸਾਨੂੰ ਇਹ ਦੇਖਣੀਆਂ ਵੀ ਚਾਹੀਦੀਆਂ ਔਰ ਸਾਨੂੰ ਇਹ ਪੜ੍ਹਨੀਆਂ ਵੀ ਚਾਹੀਦੀਆਂ ਔਰ ਸਾਨੂੰ ਦੇਖਣਾ ਵੀ ਚਾਹੀਦਾ ਕਿ ਸਾਡੇ ਪ੍ਰਭੂ ਨੇ ਸਾਨੂੰ ਕਿਹਨਾਂ ਚੀਜ਼ਾਂ ਤੋਂ ਵਰਜਿਤ ਕੀਤਾ ਹੈ। ਪ੍ਰਭੂ ਨੇ ਸਾਡੇ ਹੁਕਮਾਂ ਔਰ ਉਸਦੇ ਪਿੱਛੇ ਕਾਰਨ ਔਰ ਜਿਸ ਵੇਲੇ ਕਿਉਂਕਿ ਜਿਹੜਾ ਟੂਟਨਖਾਮਨ ਦਾ ਬਾਪ ਸੀਗਾ, ਉਹਦਾ ਵਿਆਹ ਵੀ ਨਫਰਤੀਤੀ ਜਿਹੜੀ ਉਸਦੀ ਆਪਣੀ ਪਤਨੀ ਭੈਣ ਸੀ ਉਹਦੇ ਨਾਲ ਹੋਇਆ ਸੀ। ਉਹਨਾਂ ਤੋਂ ਇਹ ਸੰਤਾਨਾਂ ਪੈਦਾ ਹੋਈਆਂ ਸੀਗੀਆਂ। ਜਿਹੜਾ ਉਹਦਾ ਦੂਸਰਾ ਵਿਆਹ ਹੋਇਆ ਸੀਗਾ ਉਹ ਵੀ ਉਹਦੀ ਆਪਣੀ ਭੈਣ ਦੇ ਨਾਲ ਹੋਇਆ ਸੀਗਾ। ਗਾਂ ਜਾ ਕੇ ਟੂਟਨਖਾਮਨ ਦਾ ਜਿਹੜਾ ਵਿਆਹ ਹੋਇਆ ਸੀ ਉਹਦਾ ਆਪਣੀ ਭੈਣ ਦੇ ਨਾਲ, ਗਾਂ ਫਿਰ ਆਪਣੀ ਭੈਣ ਦੇ ਨਾਲ ਵਿਆਹ ਹੋਇਆ ਸੀਗਾ। ਔਰ ਅਸੀਂ ਕਿਸ ਤਰ੍ਹਾਂ ਦੀ ਡਿਫੋਰਮਿਟੀਜ਼ ਇਹਨਾਂ ਦੇ ਵਿੱਚ ਦੇਖਦੇ ਪਏ ਹਾਂ। ਔਰ ਜਿਸ ਵੇਲੇ ਇਹਨਾਂ ਰਾਜਿਆਂ ਦੀ ਜਿਹੜੀ ਗੱਲ ਆਉਂਦੀ ਹੈ ਕਿ ਥੋੜੇ ਸਮੇਂ ਬਾਅਦ ਜਿਹੜੀ ਇਸ ਤੋਂ ਅਗਲੀ ਜਿਹੜੇ ਫੈਰੋ ਆਏ ਸੀਗੇ ਉਹ ਕਾਲੇ ਲੋਕ ਸੀਗੇ, ਬਲੈਕ ਫੈਰੋਜ਼ ਉਹਨਾਂ ਨੂੰ ਕਿਹਾ ਜਾਂਦਾ ਸੀਗਾ, ਉਹ ਆਏ ਸੀਗੇ। ਲੇਕਿਨ ਜਿਹੜੇ ਇਹਨਾਂ ਦੀ ਜਿਹੜੇ ਇਜਿਪਟ ਦੇ ਜਿਹੜੇ ਆਪਣੇ ਲੋਕ ਸੀ ਉਹ ਹੈਲਥ ਦੇ ਵਿੱਚੋਂ ਬਹੁਤ ਵੀਕ ਸੀ। ਬੇਸ਼ੱਕ ਉਹਨਾਂ ਕੋਲ ਸਾਰੀ ਦੁਨੀਆ ਦਾ ਧਨ ਸੀਗਾ, ਯੂਸੁਫ ਨੇ ਸਾਰੀ ਦੁਨੀਆ ਦਾ ਧਨ ਇਕੱਠਾ ਕਰਕੇ ਉਹਨਾਂ ਨੂੰ ਦੇ ਦਿੱਤਾ ਸੀਗਾ। ਬੇਸ਼ੱਕ ਉਹਨਾਂ ਕੋਲ ਸਾਰੀਆਂ ਚੀਜ਼ਾਂ ਸੀ। ਜਿਸ ਲਈ ਅਸੀਂ ਉਹਨਾਂ ਦੇ ਟੂਮਸ ਦੇਖਦੇ ਹਾਂ, ਉਹਨਾਂ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਲੱਭਦੀਆਂ ਪਈਆਂ। ਕੱਲ੍ਹ ਨੂੰ ਮੈਂ ਤੁਹਾਨੂੰ ਟੂਟਨਖਾਮਨ ਦੇ ਜਿਹੜੇ ਟੂਮਸ ਦੇ ਵਿੱਚੋਂ ਜਿਹੜੀਆਂ ਜੁੱਤੀਆਂ ਲੱਭੀਆਂ ਮੈਂ ਤੁਹਾਨੂੰ ਦਿਖਾਊਂਗਾ। ਇੰਨੀਆਂ ਸੁੰਦਰ ਜੁੱਤੀਆਂ ਤੁਸੀਂ ਅੱਜ ਤੱਕ ਨਹੀਂ ਦੇਖੀਆਂ ਜਿਹੜੀਆਂ ਉਹਦੇ ਟੂਮਸ ਦੇ ਵਿੱਚੋਂ ਲੱਭੀਆਂ। ਔਰ ਕਿੱਦਾਂ ਦੇ ਗਹਿਣੇ ਉਹਦੇ ਟੂਮਸ ਦੇ ਵਿੱਚੋਂ ਲੱਭੇ, ਸਭ ਕੁਝ ਹੁੰਦਿਆਂ ਹੋਈਆਂ ਕਿਉਂਕਿ ਉਹ ਏਦਾਂ ਦੇ ਕੰਮ ਕਰਦੇ ਸੀ। ਤੇ ਪ੍ਰਭੂ ਨੇ ਉਹਨਾਂ ਨੇ ਆਪਣੀ ਜਿਹੜੀ ਜਿਣਸ ਸੀਗੀ ਉਹਨੂੰ ਆਪੇ ਹੀ ਖਰਾਬ ਕਰ ਲਿਆ। ਜਿੱਥੇ ਉਹ ਜਾ ਰਹੇ ਆ ਉਹਨਾਂ ਨੇ ਆਪਣੇ ਪਾਪਾਂ ਦਾ ਘੜਾ ਭਰਿਆ। ਚੇਤਾ ਪ੍ਰਭੂ ਨੇ ਕੀ ਕਿਹਾ ਸੀਗਾ, ਜਿੰਨੀ ਦੇਰ ਤੱਕ ਉਹਨਾਂ ਦੇ ਪਾਪਾਂ ਦਾ ਘੜਾ ਭਰ ਨਾ ਜਾਏ ਉਨੀ ਦੇਰ ਤੱਕ ਮੈਂ ਉਹਨਾਂ ਨੂੰ ਉੱਥੇ ਰਹਿਣ ਦੇਵਾਂਗਾ। ਹੁਣ ਇਸ ਚੀਜ਼ ਨੂੰ ਸੋਚ ਕੇ ਦੇਖਿਓ, ਸਾਨੂੰ ਬੜਾ ਤਰਸ ਆਉਣਾ ਜਿਹੜੇ ਅਸੀਂ ਜਾਣਾ ਹਾਂ ਇਹਨਾਂ ਲੋਕਾਂ ਨੂੰ ਮਾਰ ਦਿੱਤਾ। ਪ੍ਰਭੂ ਨੇ ਕਿਉਂ ਇਹਨਾਂ ਸਾਰਿਆਂ ਲੋਕਾਂ ਨੂੰ ਮਾਰ ਦਿੱਤਾ? ਪ੍ਰਭੂ ਨੇ ਕਿਉਂ ਕਿਹਾ ਕਿ ਇਹਨਾਂ ਵਿੱਚ ਕਿਸੇ ਨੂੰ ਨਹੀਂ ਰੱਖਣਾ, ਇਹਨਾਂ ਦੇ ਬੱਚਿਆਂ ਨੂੰ ਨਹੀਂ ਰੱਖਣਾ, ਇਹਨਾਂ ਦੇ ਡੰਗਰਾਂ ਨੂੰ ਵੀ ਨਹੀਂ ਰੱਖਣਾ? ਕਿਉਂ? ਕਿਉਂਕਿ ਆਪਣੇ ਡੰਗਰਾਂ ਦੇ ਨਾਲ ਇਸ ਤਰ੍ਹਾਂ ਦੇ ਉਹ ਅਸ਼ਲੀਲ ਤੇ ਗੰਦੇ ਕੰਮ ਕਰਦੇ ਸੀਗੇ। ਆਪਣੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਅਸ਼ਲੀਲ ਔਰ ਗੰਦੇ ਕੰਮ ਕਰਦੇ ਸੀ। ਆਪਣੀਆਂ ਧੀਆਂ ਦੇ ਨਾਲ ਇਹ ਗੰਦੇ ਤੇ ਅਸ਼ਲੀਲ ਕੰਮ ਕਰਦੇ ਸੀ। ਆਪਣੇ ਪੁੱਤਰਾਂ ਦੇ ਨਾਲ ਗੰਦੇ ਤੇ ਅਸ਼ਲੀਲ ਕੰਮ ਕਰਦੇ ਸੀ। ਔਰ ਇਹਦੇ ਨਾਲ ਉਹ ਇਹ ਕਹਿੰਦੇ ਸੀਗੇ ਕਿ ਅਸੀਂ ਦੇਵਤਿਆਂ ਦੀ ਪੂਜਾ ਕਰਦੇ ਹਾਂ, ਅਸੀਂ ਦੇਵਤਿਆਂ ਦੀ ਪੂਜਾ ਕਰਦੇ ਹਾਂ। ਰਾਈਟ? ਬਹੁਤ ਕੁਛ ਹੈ ਜਿਹੜਾ ਮੈਂ ਤੁਹਾਨੂੰ ਦੱਸ ਸਕਦਾ, ਕੁਛ ਇੱਕ ਚੀਜ਼ਾਂ ਇੰਨੀਆਂ ਘਿਨਾਉਣੀਆਂ ਮੈਂ ਤੁਹਾਨੂੰ
ਮੂੰਹ ਤੇ ਲਿਆਉਣੀਆਂ ਵੀ ਸ਼ਰਮ ਦੀ ਗੱਲ ਹੈ। ਇਹ ਸਾਰੇ ਕੰਮ ਉਹ ਕਰਦੇ ਸੀ। ਇਸ ਕਰਕੇ ਪ੍ਰਭੂ ਨੇ ਨਾ ਸਿਰਫ ਦੁਨੀਆ ਨੂੰ ਬਚਾਉਣ ਦੇ ਲਈ, ਬਾਕੀ ਦੀਆਂ ਕੌਮਾਂ ਨੂੰ ਬਚਾਉਣ ਦੇ ਲਈ ਇੱਕ ਕੋੜੀ ਅੰਗ ਵੱਢਿਆ। ਇਹ ਕੋੜੇ ਅੰਗ ਸੀ ਜਿਹੜੇ ਪ੍ਰਭੂ ਨੂੰ ਵੱਢਣੇ ਪਏ, ਬਲਕਿ ਜਿਸ ਦੇ ਨਾਲ ਆਉਣ ਵਾਲੀਆਂ ਜਨਰੇਸ਼ਨਾਂ ਉਸ ਸਟਰੋਂਗ ਦੂਜੀਆਂ ਕੌਮਾਂ ਤੱਕ ਗੰਦ ਨਾ ਫੈਲੇ। ਇਸ ਕਰਕੇ ਪ੍ਰਭੂ ਨੂੰ ਉਹ ਸਾਰੇ ਦੇ ਸਾਰੇ ਮਰਵਾਉਣੇ ਪਏ। This is it, ਕਿਉਂਕਿ ਉਹ ਐਸੀਆਂ ਬਿਮਾਰੀਆਂ ਉਹਨਾਂ ਦੇ ਅੰਦਰ ਸੀ ਜਿਨ੍ਹਾਂ ਦੇ ਨਾਲ ਸਾਰੇ ਸੰਸਾਰ ਦਾ ਨਾਸ਼ ਹੋ ਸਕਦਾ ਸੀ। I mean, ਅੱਜ ਸਾਡੇ ਲਈ ਕਾਮਨ ਸੈਂਸ ਆ ਕਿ ਅਸੀਂ ਆਪਣਾ ਰਿਸ਼ਤਾ ਕਿੱਥੇ ਰੱਖਣਾ, ਕਿੱਥੇ ਨਹੀਂ ਰੱਖਣਾ, ਕਿਹੜਾ ਰਿਸ਼ਤਾ ਪਵਿੱਤਰ ਹੈ, ਕਿਹੜਾ ਰਿਸ਼ਤਾ ਅਪਵਿੱਤਰ ਹੈ। ਕਹਿਣ ਦਾ ਕੀ ਮਤਲਬ, ਪਵਿੱਤਰ ਔਰ ਅਪਵਿੱਤਰ ਪ੍ਰਭੂ ਨੂੰ ਇਸ ਕਰਕੇ ਕਹਿਣਾ ਪਿਆ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਉਹ ਇਸ ਵੇਲੇ ਉਮਰ ਦੇ ਵਿੱਚ ਬਹੁਤ ਛੋਟੀ ਕੌਮ, ਭਾਵੇਂ ਉਹਨਾਂ ਦੀਆਂ ਉਮਰਾਂ 90 ਸਾਲ ਦੀਆਂ, ਭਾਵੇਂ ਇੱਕ ਦਿਨ ਦਾ ਬੱਚਾ ਹੈ। ਜਿੱਥੋਂ ਉਹ ਆਏ ਆ, ਕਿਉਂਕਿ ਪ੍ਰਭੂ ਨੇ ਕੀ ਕਿਹਾ, ਜਿੱਥੋਂ ਤੁਸੀਂ ਆਏ ਆ ਤੁਸੀਂ ਉਹ ਕੰਮ ਨਹੀਂ ਕਰਨੇ ਜਿੱਦਾਂ ਦੇ ਕੰਮ ਇਜਿਪਸ਼ਨ ਕਰਦੇ ਸੀਗੇ, ਜਿਨ੍ਹਾਂ ਕੰਮਾਂ ਨੂੰ ਉਹ ਪ੍ਰਭੂ ਦੀ ਪ੍ਰਸਤਿਸ਼ ਕਹਿੰਦੇ ਸੀਗੇ ਔਰ ਕਰਦੇ ਸੀਗੇ। ਆਪਣਾ ਖੂਨ ਪਿਓਰ ਰੱਖਣ ਦੇ ਲਈ ਭੈਣ ਭਰਾ ਵਿਆਹ ਕਰਾਈ ਜਾਂਦੇ ਸੀ। ਇਹ ਕੰਮ ਤੁਸੀਂ ਨਹੀਂ ਕਰਦੇ, ਇਹ ਤੁਹਾਡੇ ਲਈ ਨਹੀਂ। ਠੀਕ ਕੀਤਾ, ਫਿਰ ਪ੍ਰਭੂ ਨੇ ਨੀਆਂ ਬੰਨੀਆਂ ਕਿ ਤੂੰ ਆ ਵੀ ਨਹੀਂ ਕਰ ਸਕਦਾ, ਤੂੰ ਆ ਵੀ ਨਹੀਂ ਕਰ ਸਕਦਾ, ਤੂੰ ਆ ਵੀ ਨਹੀਂ ਕਰ ਸਕਦਾ, ਤੂੰ ਆ ਵੀ ਨਹੀਂ ਕਰ ਸਕਦਾ। ਪ੍ਰਭੂ ਨੇ ਰੇਂਜ ਵੱਡੀ ਕੀਤੀ ਜਿਸ ਦੇ ਨਾਲ ਬਿਮਾਰੀਆਂ ਨਾ ਹੋਣ, ਜਿਸ ਦੇ ਨਾਲ ਸਟਰੋਂਗ ਜਿਹੜੀ ਅਗਲੀ ਆਉਣ ਵਾਲੀ ਜਨਰੇਸ਼ਨ ਆ ਉਹ ਸਟਰੋਂਗ ਹੋਵੇ। ਇੱਥੋਂ ਸਾਨੂੰ ਕਿਹੜੀ ਚੀਜ਼ ਦੱਸੀ ਜਾਂਦੀ, ਇੱਕ ਚੀਜ਼ ਦਾ ਇੱਥੇ ਬਹੁਤ ਸੋਹਣਾ ਸਬਕ, ਬਹੁਤ ਗੁੱਡ ਸਬਕ ਹੈ ਕਿ ਸਾਨੂੰ ਪ੍ਰਭੂ ਨੇ ਜਿਹੜਾ ਦਿੱਤਾ ਕਿ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਾਂਗੇ ਤੇ ਸਾਡੇ ਤੇ ਉਹ ਬਿਮਾਰੀਆਂ ਨਹੀਂ ਹੋਣਗੀਆਂ ਜਿਨ੍ਹਾਂ ਦੇ ਲਈ ਸਾਨੂੰ ਬਾਰ-ਬਾਰ ਪ੍ਰਭੂ ਦੇ ਕੋਲ ਦੌੜਨਾ ਪਏਗਾ ਤੇ ਮੈਨੂੰ ਠੀਕ ਕਰ ਦੇ, ਮੈਨੂੰ ਠੀਕ ਕਰ ਦੇ। ਕੀ ਪ੍ਰਭੂ ਠੀਕ ਕਰੇਗਾ? ਆਫ ਕੋਰਸ ਠੀਕ ਕਰੇਗਾ। ਮੈਂ ਇਹ ਨਹੀਂ ਕਹਿੰਦਾ ਕਿ ਜੇ ਅਸੀਂ ਬਿਮਾਰ ਹੋਏ ਪ੍ਰਭੂ ਨੇ ਠੀਕ ਨਹੀਂ ਕਰਨਾ। ਪਲੀਜ਼ ਡੋਂਟ ਗੋ ਦੇਅਰ। ਮੇਰੀ ਜਿਹੜੀ ਗੱਲ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪ੍ਰਭੂ ਸਾਨੂੰ ਇੱਥੇ ਕਾਮਨ ਸੈਂਸ ਦੇ ਰਿਹਾ। ਇਹ ਵਚਨ ਦੇ ਹਿੱਸੇ ਅਸੀਂ ਤਾਂ ਪੜ੍ਹੇ, they are full of common sense, ਜਿਹੜੀ ਯਹੂਦੀਆਂ ਦੇ ਕੋਲ ਹੈ ਨਹੀਂ ਸੀ। ਔਰ ਜਿੱਥੋਂ ਉਹ ਆਏ ਸੀ ਏਦਾਂ ਦੇ ਕੰਮਾਂ ਨੂੰ ਪਵਿੱਤਰ ਕਿਹਾ ਜਾਂਦਾ ਸੀ। ਦੇਵੀ ਦੇਵਤਿਆਂ ਦੇ ਸਾਹਮਣੇ ਏਦਾਂ ਦੇ ਕੰਮ ਕੀਤੇ ਜਾਂਦੇ ਸੀ। ਇਸ ਕਰਕੇ ਪ੍ਰਭੂ ਨੇ ਕਿਹਾ ਕਿ ਨਹੀਂ, ਜਿਸਲੇ ਆਦਮ ਔਰ ਹਵਾ ਨੂੰ, ਆਦਮ ਨੂੰ ਜਿਸਲੇ ਬਣਾਇਆ ਗਿਆ ਤੇ ਆਦਮ ਨੇ ਦੇ ਸਾਹਮਣੇ ਵੀ ਸਾਰੇ ਜਾਨਵਰ ਨਗਾਏ ਗਏ, ਉਹਨੇ ਸਭ ਨੂੰ ਨਾਮ ਦਿੱਤਾ, ਪਰ ਉਸਨੇ ਆਪਣੀ ਅਰਦਾਨਗੀ ਕਿਸੇ ਨੂੰ ਨਹੀਂ ਕਿਹਾ। ਬਹੁਤ ਸੁੰਦਰ ਸ਼ਬਦ ਹੈ ਸੰਸਕ੍ਰਿਤ ਦਾ ਅਰਦਾਨਗੀ, ਅਰਧਾਗਨੀ ਬਹੁਤ ਸੁੰਦਰ ਸ਼ਬਦ ਕਿ ਜਿਸ ਤਰ੍ਹਾਂ ਆ ਸਰੀਰ ਆ ਗੱਭਿਓ, here is the one half and then there is another half। ਠੀਕ, ਇਹਦੀ ਆਪਣੀ ਅੱਖ, ਆਪਣਾ ਨੱਕ, ਆਪਣਾ ਕੰਨ, ਏਦਾਂ ਜਿਹੜੇ ਤੁਰੇ ਚਲੇ ਜਾਂਦੇ। ਇਸ ਤਰ੍ਹਾਂ ਪ੍ਰਭੂ ਨੇ ਆਦਮ ਔਰ ਹਵਾ ਨੂੰ ਕਿਹਾ together you are one। ਪਰ ਇਸ ਰਿਸ਼ਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਟਰਫੇਰੈਂਸ ਨਾ ਕਰੇ। ਇਸ ਰਿਸ਼ਤੇ ਨੂੰ ਪਵਿੱਤਰ ਰੱਖੇ, ਉਸ ਤੋਂ ਤੁਸੀਂ ਬਰਕਤ ਪ੍ਰਾਪਤ ਕਰੋ। ਔਰ ਇਸ ਰਿਸ਼ਤੇ ਨੂੰ ਲੈ ਕੇ ਇਸੇ ਕਰਕੇ ਉਸਨੇ ਕਿਹਾ ਕਿ ਆਦਮੀ ਆਪਣੇ ਘਰ ਵਾਲਿਆਂ ਤੋਂ ਵੀ ਵੱਖਰਾ ਹੋ ਜਾਏਗਾ। ਇਸ ਰਿਸ਼ਤੇ ਦੀ ਇੰਨੀ ਇੱਜ਼ਤ ਕਰੇ। ਔਰ ਕੁਛ ਇੱਕ ਚੀਜ਼ਾਂ ਐਸੀਆਂ ਦੱਸੀਆਂ ਗਈਆਂ ਜਿਹੜੀਆਂ ਅਸੀਂ ਅੱਗੇ ਜਾ ਕੇ ਦੇਖਣੀਆਂ। ਮੈਂ ਸਾਰੀਆਂ ਚੀਜ਼ਾਂ ਖੋਲੂੰਗਾ ਨਹੀਂ, ਕਿਉਂਕਿ ਅਸੀਂ ਵਿਵਸਥਾ ਸਾਰ ਤੱਕ ਇਹੋ ਚੀਜ਼ਾਂ ਪੜ੍ਹਦੇ ਚਲੇ ਜਾਣਾ। ਇਹ ਚੀਜ਼ਾਂ ਬਾਰ-ਬਾਰ ਆਉਣੀਆਂ। ਸੋ ਪਹਿਲਾਂ ਪ੍ਰਭੂ ਨੇ ਸਾਨੂੰ ਦੱਸਿਆ ਕਿ ਤੂੰ ਕੀ ਖਾਣਾ, ਕੀ ਨਹੀਂ ਖਾਣਾ। ਮੈਂ 17ਵਾਂ ਚੈਪਟਰ ਜਿਹੜਾ ਅਸੀਂ ਸਾਰਾ ਨਹੀਂ ਦੇਖਿਆ, 18ਵਾਂ ਚੈਪਟਰ ਸਾਰਾ ਨਹੀਂ ਦੇਖਿਆ, ਲੇਕਿਨ ਗਾਂ ਜਾ ਕੇ ਜਿੱਥੇ ਉਸਨੇ ਪ੍ਰਭੂ ਨੇ ਉਹਨਾਂ ਨੂੰ ਕਿਹਾ, ਦੇਵੀ ਦੇਵਤਿਆਂ ਦੇ ਬਾਰੇ ਕਿਹਾ, ਉੱਥੋਂ ਅਸੀਂ ਦੁਬਾਰਾ ਉਸ ਚੈਪਟਰ ਨੂੰ ਕੱਲ੍ਹ ਨੂੰ ਚੁੱਕਾਂਗੇ। ਪ੍ਰਭੂ ਨੇ
ਤੁਸੀਂ ਦੇਖੋ ਕਿਸ ਤਰ੍ਹਾਂ ਦੀ ਇਹ ਕੌਮ ਤਿਆਰ ਕਰਦਾ ਪਿਆ ਉਸ ਜਿੱਥੇ ਜਿਸ ਜਗ੍ਹਾ ਨੂੰ ਅਸੀਂ ਵਰਾਨਾ ਕਹਿੰਦੇ, ਜਿਸ ਜਗ੍ਹਾ ਨੂੰ ਅਸੀਂ ਪ੍ਰਭੂ ਨੇ ਜਿੱਥੇ ਉਹ ਲੈ ਕੇ ਗਿਆ। ਔਰ ਇਹ ਇੱਕ ਤਰ੍ਹਾਂ ਦਾ ਤੁਸੀਂ ਇਹ ਕਹ ਲਓ ਕਿ ਉਹਨਾਂ ਦੀ ਕਾਨਫਰੰਸ ਚੱਲਦੀ ਪਈ ਹੈ ਪ੍ਰਭੂ ਦੇ ਨਾਲ। ਉਹਨਾਂ ਨੂੰ ਨਵਾਂ ਲੀਗਲ ਸਿਸਟਮ ਦਿੱਤਾ ਜਾ ਰਿਹਾ, ਉਹਨਾਂ ਨੂੰ ਨਵਾਂ ਜਿਹੜਾ ਸਭ ਕੁਛ ਹੈ ਕਿ ਤੁਸੀਂ ਕੀ ਖਾ ਸਕਦੇ ਕੀ ਨਹੀਂ ਖਾ ਸਕਦੇ, ਉਹਨਾਂ ਨੂੰ ਸਰੀਰਕ ਰਿਸ਼ਤਿਆਂ ਦੇ ਬਾਰੇ ਸਿਖਾਇਆ ਜਾ ਰਿਹਾ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਨਵੀਂ ਕੌਮ ਤਿਆਰ ਕੀਤੀ ਜਾ ਰਹੀ, ਔਰ ਜਿਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਭਾਗ ਹੋਣਾ। That's the amazing thing of it. ਔਰ ਅਸੀਂ ਦੇਖਿਆ ਕਿ ਜਿਸ ਲਈ ਉਹ ਔਰਤ ਦੇ ਬਾਰੇ ਕਿਹਾ ਗਿਆ ਕਿ ਜੇ ਜੋ ਕੁਦਰਤ ਨੇ ਉਸ ਦੇ ਲਈ ਰੱਖਿਆ ਆ ਮਹੀਨੇ ਦੇ ਵਿੱਚ ਜੋ ਉਹ ਆਉਂਦਾ, ਸੋ ਉਹ ਉਸ ਦੇ ਲਈ 7 ਦਿਨ ਪ੍ਰਭੂ ਨੇ ਚੁਣੇ। ਪਰ ਅਗਰ ਉਸ ਤੋਂ ਬਾਅਦ ਉਸ ਬਿਮਾਰ ਹੈ ਤੇ ਉਹ ਸਿਕਨੈਸ, ਔਰ ਅਸੀਂ ਦੇਖਦੇ ਪਏ ਮਸੀਹ ਨੇ ਉਸ ਔਰਤ ਨੂੰ ਕਿਹਾ ਕਿ ਅੱਜ ਤੂੰ ਇਸ ਰੋਗ ਤੋਂ ਅੱਜ ਤੂੰ ਮੁਕਤ ਹੋ ਗਈ, ਅੱਜ ਤੂੰ ਮੁਕਤ ਹੋ ਗਈ। ਜਿਹੜਾ ਸ਼ਬਦ ਉੱਥੇ ਕੱਲ ਨੂੰ ਅਸੀਂ ਏਦਾਂ ਦੀਆਂ ਵਡਿਆਈਆਂ, ਹੁਣ ਜਿੱਦਾਂ ਅਸੀਂ ਵੱਧਦੇ ਜਾਣਾ ਤੇ ਉਦਾਂ ਇਹ ਜਿਹੜਾ ਹੈਗਾ ਪ੍ਰਭੂ ਦਾ ਸ਼ਬਦ ਸਾਡੇ ਲਈ ਇੰਟਰਸਟਿੰਗ ਬਣਦਾ ਜਾਣਾ। ਔਰ ਜਿਸ ਲਈ ਕੋਈ ਚੀਜ਼ ਇੰਟਰਸਟਿੰਗ ਹੁੰਦੀ ਤੇ ਚੇਤੇ ਰਹਿਣੀ ਸ਼ੁਰੂ ਹੋ ਜਾਂਦੀ। ਇਹ ਤੁਹਾਨੂੰ ਚੇਤੇ ਰਹਿਣਗੀਆਂ ਚੀਜ਼ਾਂ। ਅਗਰ ਕੋਈ ਕੁਐਸਚਨ ਵਗੈਰਾ ਹੈਗਾ ਤੁਸੀਂ ਮੈਨੂੰ ਜਿਹੜਾ ਸਾਡਾ WhatsApp ਦਾ ਹੈਗਾ ਤੁਸੀਂ ਉਹਦੇ ਉੱਤੇ ਕਰ ਸਕਦੇ ਆ। we can see those questions। ਹੁਣ ਤੁਸੀਂ ਆਪਣਾ ਕੁਐਸਚਨ ਵਗੈਰਾ ਉਹਦੇ ਤੇ ਕਰ ਸਕਦੇ ਆ and that will be ਕਈ ਵਾਰੀ ਕਿਸੇ ਇੱਕ ਦਾ ਕੁਐਸਚਨ ਹੁੰਦਾ ਉਸ ਦੇ ਨਾਲ ਬਹੁਤਿਆਂ ਦਾ ਭਲਾ ਹੋ ਜਾਂਦਾ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ ਤੇਰੇ ਰਹਿਮ ਤੇ ਪਿਆਰ। ਮੇਰੇ ਪਿਆਰੇ ਪ੍ਰਭੂ ਅਸੀਂ ਤੇਰੇ ਵਚਨ ਦੇ ਵਿੱਚੋਂ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਪਏ, ਇਸ ਦੇ ਨਾਲ ਖੁਦਾਵੰਦ ਤੇਰੀ ਨਜ਼ਦੀਕੀ ਕਿਸ ਤਰ੍ਹਾਂ ਖੁਦਾਵੰਦ ਉਹਨਾਂ ਦੇ ਨਾਲ ਬਣੀ ਰਹਿੰਦੀ ਆ ਜਿਨ੍ਹਾਂ ਨੂੰ ਪ੍ਰਭੂ ਜੀ ਜੋ ਕਮਜ਼ੋਰ ਹਾਲਤ ਦੇ ਵਿੱਚ, ਕਿਸ ਤਰ੍ਹਾਂ ਤੂੰ ਉਹਨਾਂ ਨੂੰ ਆਪਣੇ ਦਿਲ ਦੇ ਨਾਲ ਲਾ ਕੇ ਰੱਖ। ਪਿਆਰੇ ਪ੍ਰਭੂ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਅਸੀਂ ਤੇਰੇ ਲੋਕ, ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸਾਨੂੰ ਦੂਜੀਆਂ ਕੌਮਾਂ ਦੇ ਵਿੱਚੋਂ ਤੂੰ ਸਾਨੂੰ ਆਪਣੇ ਬਣਾ ਲਿਆ। ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸਾਨੂੰ ਆਪਣੀ ਨਜ਼ਦੀਕੀ ਦੇ ਵਿੱਚ ਬੈਠਣ ਦਾ ਇਹ ਮੌਕਾ ਦਿੰਦਾ। ਤੇਰਾ ਅਸੀਂ ਸ਼ੁਕਰ ਕਰਦੇ ਹਾਂ ਪ੍ਰਭੂ ਜੀ, ਤੇਰਾ ਅਸੀਂ ਲੱਖ ਵਾਰ ਸ਼ੁਕਰ ਕਰਦੇ ਹਾਂ, ਕਰੋੜਾਂ ਵਾਰ, ਅਰਬਾਂ ਵਾਰ ਤੇਰਾ ਸ਼ੁਕਰ। ਪਿਆਰੇ ਪ੍ਰਭੂ ਇਹਨਾਂ ਦਿਨਾਂ ਦੇ ਵਿੱਚ ਅਸੀਂ ਇਹ ਬਹੁਤ ਸਾਰੀਆਂ ਚੀਜ਼ਾਂ ਤੇਰੇ ਵਚਨ ਦੇ ਵਿੱਚੋਂ ਵੀ ਦੇਖਦੇ ਪਏ ਹਾਂ, ਤੇਰੀ ਮਹਾਨਤਾ ਦੇ ਵਿੱਚੋਂ ਵੀ ਦੇਖਦੇ ਪਏ ਹਾਂ, ਤੇਰੀ ਦਿਆਲਤਾ ਦੇ ਵਿੱਚ। ਤੂੰ ਆਪਣੀ ਆਤਮਾ ਦੇ ਨਾਲ ਪ੍ਰਭੂ ਜੀ ਸਿਖਾਉਣਾ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਲਈ ਬਹੁਤ ਤੇਰਾ ਸ਼ੁਕਰ ਕਰਦਾ ਖੁਦਾਵੰਦ। ਇਹਨਾਂ ਦੇ ਨਾਲ ਖੁਦਾਵੰਦ ਮੈਨੂੰ ਵੀ ਬਰਕਤ। ਸੋ ਪ੍ਰਭੂ ਜੀ ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬਰਕਤ ਦੇਈਂ, ਇਹਨਾਂ ਦੇ ਬੱਚਿਆਂ ਦੇ ਉੱਤੇ ਤੂੰ ਆਪਣੀ ਬਰਕਤ ਡੋਲੀ। ਮੇਰੇ ਪਿਆਰੇ ਪ੍ਰਭੂ ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਅੱਗੇ ਪੇਸ਼ ਕਰਦੇ ਹਾਂ ਔਰ ਤੇਰਾ ਸ਼ੁਕਰ ਕਰਦੇ ਹਾਂ। ਪਿਆਰੇ ਪ੍ਰਭੂ ਅਸੀਂ ਜਦ ਤੱਕ ਦੁਆਰਾ ਮਿਲੀਏ ਤੂੰ ਸਾਡੇ ਸਭ ਦੇ ਨਾਲ ਬਣਿਆ ਰਹੇ, ਸਾਨੂੰ ਅੱਗਿਓਂ ਪਿੱਛੋਂ ਸੱਜਿਓਂ ਖੱਬਿਓਂ ਉੱਪਰੋਂ ਔਰ ਸਾਡੇ ਪੈਰਾਂ ਥੱਲਿਓਂ ਔਰ ਅੰਦਰੋਂ ਖੁਦਾਵੰਦ ਤੇਰੀ ਰਾਖੀ, ਤੇਰਾ ਰਹਿਮ, ਤੇਰੀ ਦਇਆ, ਤੇਰਾ ਆਰਾਮ, ਤੇਰੀ ਸ਼ਾਂਤੀ ਸਾਡੇ ਸਭ ਦੇ ਨਾਲ ਬਣੀ ਰਹੇ। ਜਦ ਤੱਕ ਅਸੀਂ ਦੁਆਰਾ ਮਿਲੀਏ ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਵਿੱਚ ਔਰ ਸਾਰੇ ਭੈਣ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ। ਕੱਲ ਨੂੰ ਅਸੀਂ ਦੁਆਰਾ ਮਿਲਾਂਗੇ ਔਰ ਕੱਲ ਨੂੰ ਅਸੀਂ ਅੱਗੇ ਵਧਾਂਗੇ, ਦੇਖਾਂਗੇ ਪ੍ਰਭੂ ਨੇ ਅੱਗੇ ਕਿੰਨੀਆਂ ਪਿਆਰੀਆਂ ਚੀਜ਼ਾਂ ਜੋ ਸਾਡੀ ਲਈ ਭਲਾਈ ਆ ਉਹ ਦਿੱਤੀ ਹੈ ਔਰ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਦੇ ਵਿੱਚ ਕੰਮ ਕਰ